मेरा नाम सुजाता है। मेरी उम्र 40 साल है। मैं बहुत ज़्यादा मोटी सी ਤੇ ਮੇਰਾ ਵਜ਼ਨ ਲਗਭਗ 90 ਕਿਲੋ ਹੋ ਗਿਆ ਸੀ। ਮੋਟਾਪੇ ਦੀ ਵਜ੍ਹਾ ਨਾਲ ਮੇਰੇ ਨਾਲ ਕੋਈ ਵੀ ਵਿਆਹ ਨਹੀਂ ਕਰਦਾ ਸੀ। ਇੱਕ ਦਿਨ ਮੇਰੀ ਚਾਚੀ ਨੇ ਮੈਨੂੰ ਇੱਕ ਖਾਸ ਦਵਾਈ ਦਿੱਤੀ ਤੇ ਕਹਿਣ ਲੱਗੀ, ਹਰ ਰਾਤ ਇਸ ਦਵਾਈ ਦੀਆਂ 10 ਬੂੰਦਾਂ ਆਪਣੇ ਪੇਟ ਤੇ ਲਗਾ ਲੈਣਾ। ਇਸ ਨਾਲ ਤੇਰੇ ਸਰੀਰ ਦੀ ਸਾਰੀ ਚਰਬੀ ਖਤਮ ਹੋ ਜਾਵੇਗੀ। ਤੇ ਇਸ ਤਰ੍ਹਾਂ ਨਾਲ ਮੈਂ ਉਹ ਦਵਾਈ ਆਪਣੇ ਪੇਟ ਤੇ ਲਗਾ ਲਈ। ਦਵਾਈ ਪੇਟ ਤੇ ਲਗਾਉਂਦੇ ਹੀ ਮੈਨੂੰ ਆਪਣਾ ਹੋਸ਼ ਨਹੀਂ ਰਹਿੰਦਾ ਸੀ। ਪਰ ਚੰਗੀ ਗੱਲ ਇਹ ਸੀ ਕਿ ਮੈਂ ਦਿਨੋਂ ਦਿਨ ਕਮਜ਼ੋਰ ਹੁੰਦੀ ਚਲੀ ਜਾ ਰਹੀ ਸੀ ਤੇ ਮੇਰਾ ਵਜ਼ਨ ਵੀ ਹੌਲੀ-ਹੌਲੀ ਘੱਟ ਹੋ ਰਿਹਾ ਸੀ। ਇੱਕ ਦਿਨ ਮੈਨੂੰ ਸ਼ੱਕ ਹੋਇਆ ਤਾਂ ਮੈਂ ਲੁੱਕ ਕੇ ਆਪਣੇ ਕਮਰੇ ਵਿੱਚ ਸੀਸੀਟੀਵੀ ਕੈਮਰਾ ਲਗਾ ਦਿੱਤਾ ਤੇ ਉਸ ਦੇ ਬਾਅਦ ਦਵਾਈ ਲਗਾਈ ਤੇ ਫਿਰ ਸੌ ਗਈ। ਜਦੋਂ ਸਵੇਰੇ ਉੱਠ ਕੇ ਮੈਂ ਕੈਮਰੇ ਵਿੱਚ ਦੇਖਿਆ ਤਾਂ ਸੱਚ ਜਾਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਆਪਣੇ ਘਰ ਦੀ ਸਭ ਤੋਂ ਵੱਡੀ ਕੁੜੀ ਸੀ ਤੇ ਹੁਣ ਤੱਕ ਮੇਰਾ ਵਿਆਹ ਨਹੀਂ ਹੋ ਪਾਇਆ ਸੀ ਕਿਉਂਕਿ ਮੇਰਾ ਵਜ਼ਨ ਬਹੁਤ ਜ਼ਿਆਦਾ ਸੀ। ਮੇਰੇ ਲਈ ਜਿੱਥੋਂ ਵੀ ਰਿਸ਼ਤਾ ਆਉਂਦਾ ਸੀ, ਮੁੰਡੇ ਵਾਲੇ ਮੇਰਾ ਵਜ਼ਨ ਦੇਖ ਕੇ ਰਿਸ਼ਤੇ ਲਈ ਮਨਾ ਕਰਕੇ ਵਾਪਸ ਚਲੇ ਜਾਂਦੇ ਸੀ। ਹੁਣ ਤਾਂ ਮੇਰਾ ਦਿਲ ਟੁੱਟਣ ਲੱਗਿਆ ਸੀ ਕਿਉਂਕਿ ਮੇਰੀ ਉਮਰ ਬਹੁਤ ਹੋ ਗਈ ਸੀ ਤੇ ਮੇਰੇ ਚਿਹਰੇ ਤੇ ਹੌਲੀ-ਹੌਲੀ ਝੁਰੀਆਂ ਵੀ ਆਉਣ ਲੱਗੀਆਂ ਸੀ। ਝੁਰੀਆਂ ਇਸ ਲਈ ਆ ਰਹੀਆਂ ਸੀ ਕਿਉਂਕਿ ਮੈਂ ਆਪਣੇ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਟੈਨਸ਼ਨ ਲੈਣ ਲੱਗੀ ਸੀ ਤੇ ਫਿਰ ਉੱਪਰ ਤੋਂ ਇਸ ਮੋਟਾਪੇ ਦੇ ਕਾਰਨ ਮੇਰਾ ਵਿਆਹ ਵੀ ਨਹੀਂ ਹੋ ਪਾ ਰਿਹਾ ਸੀ। ਮੇਰੇ ਤੋਂ ਛੋਟੀਆਂ ਮੇਰੀਆਂ 5 ਭੈਣਾਂ ਦਾ ਵਿਆਹ ਹੋ ਗਿਆ ਸੀ ਤੇ ਸਾਡੀਆਂ 6 ਭੈਣਾਂ ਦਾ ਇਕਲੌਤਾ ਭਰਾ ਸੀ, ਉਸ ਦਾ ਵੀ ਵਿਆਹ ਹੋ ਗਿਆ ਸੀ। ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੀ ਸੀ ਤੇ ਹੁਣ ਤੱਕ ਕੁਆਰੀ ਬੈਠੀ ਹੋਈ ਸੀ। ਮੈਂ ਆਪਣੇ ਮੋਟਾਪੇ ਨੂੰ ਘੱਟ ਕਰਨ ਲਈ ਬਹੁਤ ਸਾਰੇ ਇਲਾਜ ਵੀ ਕਰਵਾਏ। ਜੋ ਕੋਈ ਮੈਨੂੰ ਕਿਸੇ ਡਾਕਟਰ ਬਾਰੇ ਦੱਸਦਾ ਮੈਂ ਉਹੀ ਕਰ ਲਿਆ ਕਰਦੀ ਸੀ, ਜਾਂ ਫਿਰ ਕਿਸੇ ਹਕੀਮ ਬਾਰੇ ਦੱਸਦਾ ਸੀ ਜਾਂ ਕਿਸੇ ਹੋਮਿਓਪੈਥਿਕ ਡਾਕਟਰ ਬਾਰੇ ਵਿੱਚ। ਮੈਂ ਹਰ ਉਹ ਕੰਮ ਕਰ ਚੁੱਕੀ ਸੀ ਜਿਸ ਨਾਲ ਮੇਰਾ ਮੋਟਾਪਾ ਘੱਟ ਹੋ ਜਾਵੇ, ਪਰ ਕੁਝ ਵੀ ਕੰਮ ਨਹੀਂ ਆਇਆ ਸੀ। ਉਹਨਾਂ ਦਿਨਾਂ ਵਿੱਚ ਮੇਰੀ ਮਾਂ ਨੇ ਕੁੜੀ ਦੇਖ ਕੇ ਮੇਰੇ ਛੋਟੇ ਭਰਾ ਦਾ ਵੀ ਵਿਆਹ ਕਰ ਦਿੱਤਾ ਸੀ ਕਿਉਂਕਿ ਮੇਰੀ ਵਜ੍ਹਾ ਨਾਲ ਮੇਰੇ ਛੋਟੇ ਭਾਈ ਦੇ ਵਿਆਹ ਵਿੱਚ ਬਹੁਤ ਰੁਕਾਵਟਾਂ ਆ ਰਹੀਆਂ ਸੀ ਤੇ ਮੇਰਾ ਭਾਈ ਹੁਣ ਮੈਨੂੰ ਬੁਰਾ ਭਲਾ ਵੀ ਕਹਿਣ ਲੱਗਿਆ ਸੀ ਕਿਉਂਕਿ ਕੁੜੀ ਵਾਲੇ ਜੇ ਸਾਡੇ ਘਰ ਭਰਾ ਨੂੰ ਦੇਖਣ ਆਉਂਦੇ ਤਾਂ ਕੋਈ ਤਾਂ ਇਹ ਵੀ ਕਹਿ ਜਾਂਦਾ ਸੀ, ਜਿੱਥੇ ਵੱਡੀ ਭੈਣ ਦਾ ਵਿਆਹ ਨਹੀਂ ਹੁੰਦਾ ਉਹ ਆਪਣੇ ਭਰਾ ਦੀ ਸ਼ਾਦੀशुदा ਜ਼ਿੰਦਗੀ ਵਿੱਚ ਬਹੁਤ ਦਖਲਅੰਦਾਜ਼ੀ ਕਰਦੀ ਹੈ, ਜਿਸ ਵਜ੍ਹਾ ਨਾਲ ਪਤੀ ਪਤਨੀ ਵਿੱਚ ਝਗੜੇ ਰਹਿੰਦੇ ਹਨ। ਇਹ ਗੱਲ ਕਹਿ ਕੇ ਲੋਕ ਰਿਸ਼ਤਾ ਖਤਮ ਕਰਕੇ ਚਲੇ ਜਾਂਦੇ ਸੀ, ਪਰ ਮੇਰੀ ਮਾਂ ਨੂੰ ਲੱਗਦਾ ਸੀ ਕਿ ਕੁੜੀ ਦਾ ਵਿਆਹ ਤਾਂ ਫਿਰ ਹੋ ਜਾਵੇਗਾ, ਮੁੰਡੇ ਦਾ ਵਿਆਹ ਕਰਾ ਦਿੰਦੇ ਹਨ। ਜੇ ਨੂੰਹ ਘਰ ਵਿੱਚ ਆ ਜਾਵੇਗੀ ਤਾਂ ਕੋਈ ਨਾ ਕੋਈ ਨਵਾਂ ਰਿਸ਼ਤਾ ਹੱਥ ਆ ਹੀ ਜਾਵੇਗਾ। ਫਿਰ ਜਿਵੇਂ ਤਿਵੇਂ ਇੱਕ ਦਿਨ ਮੇਰੇ ਭਰਾ ਦਾ ਰਿਸ਼ਤਾ ਹੋ ਹੀ ਗਿਆ। ਜਦੋਂ ਸਾਡੀ ਭਾਬੀ ਘਰ ਆਈ ਤਾਂ ਮੈਂ ਉਸ ਨੂੰ ਦੇਖਦੇ ਹੀ ਰਹਿ ਗਈ ਕਿਉਂਕਿ ਮੇਰੀ ਭਾਬੀ ਬਹੁਤ ਹੀ ਜ਼ਿਆਦਾ ਸੋਹਣੀ, ਖੂਬਸੂਰਤ ਤੇ ਗੋਰੀ ਚਿੱਟੀ ਕੁੜੀ ਸੀ। ਉਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ, ਪਰ ਮੈਨੂੰ ਉਸ ਨੂੰ ਦੇਖ ਕੇ ਬਹੁਤ ਗਿਲਟ ਫੀਲ ਹੋ ਰਿਹਾ ਸੀ। ਮੇਰੇ ਪਿਤਾ 2 ਭਾਈ ਸੀ। ਅਸੀਂ ਤਾਂ ਆਪਣੇ ਦਾਦਾ ਜੀ ਦੇ ਘਰ ਵਿੱਚ ਹੀ ਰਹਿੰਦੇ ਸੀ ਜੋ ਕਿ ਸਾਡੇ ਪਿਤਾ ਦਾ ਵੀ ਘਰ ਸੀ ਤੇ ਸਾਡੇ ਘਰ ਵਿੱਚ ਹੀ ਇੱਕ ਕਮਰਾ ਚਾਚਾ ਚਾਚੀ ਦਾ ਬਣਿਆ ਹੋਇਆ ਸੀ। ਚਾਚਾ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ, ਇਸ ਲਈ ਚਾਚੀ ਵੀ ਉਹਨਾਂ ਦੇ ਨਾਲ ਦੂਜੇ ਸ਼ਹਿਰ ਵਿੱਚ ਹੀ ਰਹਿੰਦੀ ਸੀ। ਮੇਰੇ ਚਾਚਾ ਚਾਚੀ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਤੇ ਵਿਆਹ ਦੇ 1 ਮਹੀਨੇ ਬਾਅਦ ਹੀ ਚਾਚਾ ਚਾਚੀ ਨੂੰ ਆਪਣੇ ਨਾਲ ਉਹ ਜਿੱਥੇ ਨੌਕਰੀ ਕਰਦੇ ਸੀ ਉਸ ਸ਼ਹਿਰ ਵਿੱਚ ਲੈ ਕੇ ਚਲੇ ਗਏ ਤੇ ਇੱਥੋਂ ਸ਼ਿਫਟ ਹੋ ਗਏ। ਮੇਰੀ ਚਾਚੀ ਬਹੁਤ ਸੋਹਣੀ ਤੇ ਪਤਲੀ ਜਿਹੀ ਸੀ। ਹੁਣ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਫੋਨ ਆਇਆ ਸੀ ਕਿ ਉਹ ਲੋਕ ਸਾਡੇ ਘਰ ਵਿੱਚ ਹੀ ਦੁਬਾਰਾ ਤੋਂ ਸ਼ਿਫਟ ਹੋਣ ਆ ਰਹੇ ਸੀ। ਇਸ ਲਈ ਅਸੀਂ ਉਹਨਾਂ ਦਾ ਕਮਰਾ ਖੋਲ੍ਹ ਕੇ ਉਹਨਾਂ ਦੇ ਕਮਰੇ ਦੀ ਚੰਗੀ ਤਰ੍ਹਾਂ ਨਾਲ ਸਫਾਈ ਕਰ ਦਿੱਤੀ। 10 ਦਿਨਾਂ ਦੇ ਬਾਅਦ ਉਹ ਲੋਕ ਆਪਣੇ ਕਮਰੇ ਵਿੱਚ ਰਹਿਣ ਲਈ ਆ ਗਏ। ਜਦੋਂ ਚਾਚਾ ਚਾਚੀ ਘਰ ਆਏ ਤਾਂ ਮੈਂ ਦੇਖਿਆ ਕਿ ਚਾਚੀ ਪਹਿਲਾਂ ਤੋਂ ਵੀ ਜ਼ਿਆਦਾ ਸੋਹਣੀ ਹੋ ਗਈ ਸੀ। ਮੈਂ ਉਹਨਾਂ ਦੀ ਖੂਬਸੂਰਤੀ ਤੇ ਸਮਾਰਟਨੈਸ ਦਾ ਰਾਜ਼ ਜਾਣਨਾ ਚਾਹੁੰਦੀ ਸੀ ਕਿਉਂਕਿ ਚਾਚੀ ਬੰਬਈ ਵਰਗੇ ਸ਼ਹਿਰ ਵਿੱਚ ਰਹਿ ਕੇ ਆਈ ਸੀ ਤੇ ਉੱਥੇ ਦੇ ਤਾਂ ਸਾਰੇ ਮੁੰਡੇ ਕੁੜੀਆਂ ਬਹੁਤ ਸੋਹਣੇ ਤੇ ਫਿੱਟ ਹੁੰਦੇ ਹਨ। ਚਾਚੀ 1 ਮਹੀਨੇ ਦੀ ਹੀ ਦੁਲਹਨ ਸੀ ਜਦੋਂ ਉਹ ਆਪਣੇ ਪਤੀ ਨਾਲ ਬੰਬਈ ਵਿੱਚ ਸ਼ਿਫਟ ਹੋ ਗਈ ਸੀ, ਇਸ ਲਈ ਸਾਡੀ ਉਹਨਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਹੋ ਪਾਈ ਸੀ। ਹਾਂ, ਫੋਨ ਤੇ ਕਦੇ-ਕਦੇ ਸਾਡੀ ਗੱਲ ਹੁੰਦੀ ਰਹਿੰਦੀ ਸੀ। ਕੁਝ ਹੀ ਦਿਨ ਗੁਜ਼ਰੇ ਸੀ, ਚਾਚਾ ਚਾਚੀ ਦੋਵੇਂ ਹੀ ਸਾਡੇ ਘਰ ਵਿੱਚ ਸ਼ਿਫਟ ਹੋ ਗਏ ਤੇ ਹੁਣ ਚਾਚੇ ਦਾ ਦੁਬਾਰਾ ਤੋਂ ਬੰਬਈ ਜਾਣ ਦਾ ਕੋਈ ਹੋਰ ਇਰਾਦਾ ਨਹੀਂ ਸੀ। ਮੇਰੀ ਚਾਚੀ ਦਾ ਪੇਕਾ ਲੁਧਿਆਣੇ ਹੀ ਸੀ। ਚਾਚਾ ਚਾਚੀ ਦੀ ਲਵ ਮੈਰਿਜ ਹੋਈ ਸੀ ਤੇ ਉਹਨਾਂ ਨੇ ਆਪਣੇ ਸ਼ਹਿਰ ਦੀ ਕੁੜੀ ਨਾਲ ਹੀ ਵਿਆਹ ਕਰ ਲਿਆ ਸੀ। ਕੁਝ ਹੀ ਦਿਨ ਗੁਜ਼ਰੇ ਸੀ ਕਿ ਮੇਰੀ ਚਾਚੀ ਦੇ ਨਾਲ ਚੰਗੀ ਦੋਸਤੀ ਹੋ ਗਈ। ਭਾਬੀ ਤਾਂ ਮੇਰੇ ਨਾਲ ਘੱਟ ਹੀ ਗੱਲ ਕਰਿਆ ਕਰਦੀ ਸੀ। ਕਹਿਣ ਨੂੰ ਤਾਂ ਭਾਬੀ ਵੀ ਬਹੁਤ ਸੋਹਣੀ ਸੀ, ਪਰ ਪਤਾ ਨਹੀਂ ਉਹ ਆਪਣੇ ਕਿਸ ਘਮੰਡ ਵਿੱਚ ਰਹਿੰਦੀ ਸੀ। ਮੇਰੇ ਨਾਲ ਤਾਂ ਗੱਲ ਕਰਨਾ ਵੀ ਬਿਲਕੁਲ ਪਸੰਦ ਨਹੀਂ ਕਰਦੀ ਸੀ, ਪਰ ਚਾਚੀ ਦੀ ਆਦਤ ਬਹੁਤ ਚੰਗੀ ਸੀ। ਉਹਨਾਂ ਨੇ ਮੇਰੇ ਨਾਲ ਹੌਲੀ-ਹੌਲੀ ਦੋਸਤੀ ਕਰ ਲਈ
ਸਾਡੇ ਦੋਵਾਂ ਦੀ ਦੋਸਤੀ ਬਹੁਤ ਹੱਦ ਤੱਕ ਵੱਧ ਗਈ ਸੀ। ਮੈਂ ਹਮੇਸ਼ਾ ਬਸ ਚਾਚੀ ਨੂੰ ਮੁੰਬਈ ਦੀਆਂ ਗੱਲਾਂ ਪੁੱਛਦੀ ਰਹਿੰਦੀ ਸੀ ਤੇ ਉਹਨਾਂ ਦੀ ਫਿਟਨੈਸ ਦਾ ਰਾਜ਼ ਜਾਣਨਾ ਚਾਹੁੰਦੀ ਸੀ। ਚਾਚੀ ਮੈਨੂੰ ਕਹਿੰਦੀ ਸੀ ਕਿ ਤੂੰ ਵੀ ਜਲਦੀ ਨਾਲ ਵਿਆਹ ਕਰਾ ਲੈ। ਮੈਂ ਚਾਚੀ ਨੂੰ ਪੁੱਛਦੀ ਕਿ ਮੈਂ ਵਿਆਹ ਕਿਵੇਂ ਕਰ ਲਾਂ। ਮੇਰੇ ਕੋਲ ਨਾ ਹੀ ਤੁਹਾਡੇ ਵਰਗੀ ਖੂਬਸੂਰਤੀ ਹੈ ਤੇ ਨਾ ਹੀ ਸਮਾਰਟਨੈਸ। ਮੇਰਾ ਵਜ਼ਨ ਅਜਿਹਾ ਹੈ ਕਿ ਕੋਈ ਵੀ ਮੈਨੂੰ ਨਜ਼ਰ ਤੱਕ ਉਠਾ ਕੇ ਨਹੀਂ ਦੇਖਦਾ। ਚਾਚੀ ਕਹਿਣ ਲੱਗੀ, ਇਸ ਵਿੱਚ ਕਿਹੜੀ ਵੱਡੀ ਗੱਲ ਹੈ, ਤੂੰ ਚਿੰਤਾ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ, ਮੈਂ ਤੇਰਾ ਸਾਰਾ ਇਲਾਜ ਕਰਾ ਦਊਂਗੀ। ਮੈਂ ਚਾਚੀ ਨੂੰ ਹੈਰਾਨ ਹੋ ਕੇ ਦੇਖਣ ਲੱਗੀ ਕਿ ਚਾਚੀ ਮੇਰਾ ਇਲਾਜ ਕਿਵੇਂ ਕਰੇਗੀ। ਚਾਚੀ ਕਹਿਣ ਲੱਗੀ ਕਿ ਤੂੰ ਹੁਣੇ ਮੇਰੇ ਨਾਲ ਡਾਕਟਰ ਦੇ ਕਲੀਨਿਕ ਚੱਲ, ਮੈਂ ਇੱਥੇ ਇੱਕ ਬਹੁਤ ਚੰਗੇ ਡਾਕਟਰ ਨੂੰ ਜਾਣਦੀ ਹਾਂ। ਮੈਂ ਚਾਚੀ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਤੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਅੱਜ ਪਹਿਲੀ ਵਾਰ ਕਿਸੇ ਨੇ ਮੈਨੂੰ ਡਾਕਟਰ ਕੋਲ ਜਾਣ ਲਈ ਕਿਹਾ ਸੀ। ਨਹੀਂ, ਸਾਰੇ ਲੋਕ ਇਹੀ ਕਹਿੰਦੇ ਸੀ ਕਿ ਤੂੰ ਖਾਣਾ ਬਹੁਤ ਖਾਂਦੀ ਹੈ, ਇਸ ਲਈ ਬਹੁਤ ਜ਼ਿਆਦਾ ਮੋਟੀ ਹੋ ਰਹੀ ਹੈ, ਥੋੜੀ ਡਾਈਟ ਕਰ ਲੈ ਤਾਂ ਠੀਕ ਹੋ ਜਾਵੇਗੀ। ਪਰ ਚਾਚੀ ਮੈਨੂੰ ਬਹੁਤ ਖਾਮੋਸ਼ੀ ਨਾਲ ਆਪਣੇ ਨਾਲ ਬਾਹਰ ਲੈ ਕੇ ਚਲੀ ਗਈ ਤੇ ਉਹਨਾਂ ਨੇ ਇੱਕ ਆਟੋ ਰੋਕਿਆ ਤੇ ਉਹਨਾਂ ਨੇ ਮੈਨੂੰ ਫਿਰ ਆਟੋ ਵਿੱਚ ਬੈਠਣ ਲਈ ਕਿਹਾ। ਉਸ ਦੇ ਬਾਅਦ ਕਹਿਣ ਲੱਗੀ, ਚੱਲ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਚੱਲਦੀ ਹਾਂ। ਮੈਂ ਬਹੁਤ ਖੁਸ਼ੀ ਚਾਚੀ ਦੇ ਨਾਲ ਆਟੋ ਵਿੱਚ ਬੈਠ ਗਈ। ਅਸੀਂ ਲਗਭਗ 15 ਮਿੰਟ ਦਾ ਰਸਤਾ ਤੈਅ ਕਰਨ ਤੋਂ ਬਾਅਦ ਇੱਕ ਵੱਡੇ ਜਿਹੇ ਕਲੀਨਿਕ ਦੇ ਸਾਹਮਣੇ ਪਹੁੰਚ ਗਏ ਸੀ। ਪਰ ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ ਕਿ ਇਸ ਕਲੀਨਿਕ ਅੱਗੇ ਕੋਈ ਬੋਰਡ ਵਗੈਰਾ ਨਹੀਂ ਲੱਗਿਆ ਹੋਇਆ ਸੀ ਤੇ ਨਾ ਹੀ ਕਲੀਨਿਕ ਵਿੱਚ ਕੋਈ ਜ਼ਿਆਦਾ ਲੋਕ ਸੀ। ਮੇਰੇ ਵਰਗੀਆਂ ਕੁਝ 2-3 ਔਰਤਾਂ ਉੱਥੇ ਬਾਹਰ ਬੈਠੀਆਂ ਹੋਈਆਂ ਸੀ ਤੇ ਉਹਨਾਂ ਔਰਤਾਂ ਦੇ ਚਿਹਰਿਆਂ ਤੇ ਬਹੁਤ ਵੱਡੇ ਦਾਗ ਧੱਬੇ ਸੀ, ਜਿਨ੍ਹਾਂ ਨੂੰ ਦੇਖ ਕੇ ਮੈਨੂੰ ਆਪਣਾ ਮੋਟਾਪਾ ਬਹੁਤ ਚੰਗਾ ਲੱਗ ਰਿਹਾ ਸੀ ਕਿਉਂਕਿ ਉਹਨਾਂ ਦੀ ਹਾਲਤ ਮੇਰੇ ਤੋਂ ਵੀ ਜ਼ਿਆਦਾ ਖਰਾਬ ਸੀ। ਥੋੜੀ ਦੇਰ ਦੇ ਬਾਅਦ ਇੱਕ ਕੁੜੀ ਅੰਦਰ ਆਈ। ਉਹ ਉਹਨਾਂ ਸਾਰੀਆਂ ਔਰਤਾਂ ਨੂੰ ਦੇਖਣ ਲੱਗੀ ਜੋ ਉਸ ਕਮਰੇ ਵਿੱਚ ਬੈਠੀਆਂ ਹੋਈਆਂ ਸੀ। ਫਿਰ ਜਦੋਂ ਉਸ ਕੁੜੀ ਦੀ ਨਜ਼ਰ ਮੇਰੇ ਤੇ ਪਈ ਤਾਂ ਉਸਨੇ ਬਹੁਤ ਅਜੀਬ ਅੰਦਾਜ਼ ਵਿੱਚ ਮੁਸਕਰਾਉਂਦੇ ਹੋਏ ਮੇਰੀ ਚਾਚੀ ਨੂੰ ਇਸ਼ਾਰਾ ਕੀਤਾ। ਚਾਚੀ ਨੇ ਵੀ ਉਸ ਨੂੰ ਹੀ ਇਸ਼ਾਰਿਆਂ ਵਿੱਚ ਕੁਝ ਕਿਹਾ ਤੇ ਮੈਨੂੰ ਲੈ ਕੇ ਬਾਹਰ ਚਲੀ ਆਈ। ਉਹ ਔਰਤ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਚਾਚੀ ਨੇ ਮੈਨੂੰ ਕਿਹਾ, ਇਹ ਔਰਤ ਤੈਨੂੰ ਜੋ ਵੀ ਪੁੱਛੇ ਤੂੰ ਉਸ ਬਾਰੇ ਸਹੀ ਜਵਾਬ ਦੇਣਾ ਤੇ ਇਹੀ ਕੁੜੀ ਤੈਨੂੰ ਬਹੁਤ ਵੱਡੇ ਡਾਕਟਰ ਦੇ ਕੋਲ ਲੈ ਕੇ ਜਾਵੇਗੀ, ਜਿਸ ਨਾਲ ਤੇਰੀ ਸਾਰੀ ਪਰੇਸ਼ਾਨੀ ਖਤਮ ਹੋ ਜਾਵੇਗੀ। ਮੈਨੂੰ ਕੀ ਪਤਾ ਸੀ ਕਿ ਹੁਣ ਮੇਰੀ ਕਿਸਮਤ ਬਦਲਣ ਵਾਲੀ ਹੈ ਤੇ ਆਪਣੀ ਚਾਚੀ ਤੇ ਭਰੋਸਾ ਕਰਕੇ ਮੈਂ ਬਹੁਤ ਵੱਡੀ ਗਲਤੀ ਕਰਨ ਵਾਲੀ ਹਾਂ। ਉਹ ਕੁੜੀ ਮੈਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਈ ਜਿੱਥੇ ਚਾਚੀ ਮੌਜੂਦ ਨਹੀਂ ਸੀ। ਉਹ ਕੁੜੀ ਮੈਨੂੰ ਕਹਿਣ ਲੱਗੀ, ਤੇਰੇ ਮੋਟਾਪੇ ਦਾ ਟੈਸਟ ਕਰਨਾ ਪਵੇਗਾ ਤੇ ਪਤਾ ਲਗਾਉਣਾ ਪਵੇਗਾ ਕਿ ਤੇਰੇ ਸਰੀਰ ਵਿੱਚ ਪਾਣੀ ਕਿੰਨਾ ਹੈ ਤੇ ਚਰਬੀ ਕਿੰਨੀ ਹੈ। ਤੂੰ ਇਸ ਬੈੱਡ ਤੇ ਲੇਟ ਜਾ ਤੇ ਮੈਂ ਮਸ਼ੀਨ ਲੈ ਕੇ ਆਉਂਦੀ ਹਾਂ। ਮੈਂ ਬਹੁਤ ਹੈਰਾਨ ਹੋਈ, ਪਰ ਚਾਚੀ ਨੇ ਮੈਨੂੰ ਕਿਹਾ ਸੀ ਕਿ ਚੁੱਪਚਾਪ ਔਰਤ ਦੀ ਗੱਲ ਮੰਨ ਲੈਣਾ, ਜਿਵੇਂ ਇਹ ਕਹੇ ਉਸੇ ਤਰ੍ਹਾਂ ਕਰਦੀ ਰਹਿਣਾ, ਅਜਿਹਾ ਨਾ ਹੋਵੇ ਕਿ ਬਾਅਦ ਵਿੱਚ ਕੋਈ ਪਰੇਸ਼ਾਨੀ ਹੋ ਜਾਵੇ। ਮੈਂ ਤੁਰੰਤ ਹੀ ਉਸ ਕੁੜੀ ਦੇ ਕਹਿਣ ਦੇ ਮੁਤਾਬਕ ਅੱਖਾਂ ਬੰਦ ਕਰਕੇ ਬੈੱਡ ਤੇ ਲੇਟ ਗਈ। ਇਸ ਦੇ ਬਾਅਦ ਮੈਂ ਨਹੀਂ ਜਾਣਦੀ ਕਿ ਮੇਰੇ ਨਾਲ ਕੀ ਹੋਇਆ ਸੀ। ਕੁਝ ਹੀ ਦੇਰ ਗੁਜ਼ਰੀ ਸੀ ਕਿ ਮੈਨੂੰ ਹਲਕੀ ਜਿਹੀ ਆਵਾਜ਼ ਆਉਣ ਲੱਗੀ। ਸ਼ਾਇਦ ਉਹ ਔਰਤ ਕਮਰੇ ਵਿੱਚ ਆਈ ਸੀ। ਬਸ ਫਿਰ ਕੀ ਸੀ, ਮੇਰੀਆਂ ਅੱਖਾਂ ਤੇ ਕਿਸੇ ਨੇ ਪੱਟੀ ਬੰਨ੍ਹ ਦਿੱਤੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਚਾਚੀ ਵੀ ਉਸ ਸਮੇਂ ਮੇਰੇ ਕੋਲ ਨਹੀਂ ਸੀ। ਪੱਟੀ ਬੰਨ੍ਹਣ ਤੋਂ ਬਾਅਦ ਮੈਨੂੰ ਕੁਝ ਪਤਾ ਹੀ ਨਹੀਂ ਚੱਲਿਆ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਹੀ ਹਨੇਰਾ ਛਾ ਗਿਆ। ਜਦੋਂ ਮੇਰੀ ਪੱਟੀ ਖੁੱਲੀ ਤਾਂ ਮੈਂ ਬਿਲਕੁਲ ਉਸੇ ਤਰ੍ਹਾਂ ਦੀ ਹੀ ਸੀ। ਮੇਰੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਸੀ ਤੇ ਇਲਾਜ ਲਗਭਗ ਉਹਨਾਂ ਨੇ 20 ਮਿੰਟ ਤੱਕ ਕੀਤਾ ਸੀ। ਪਰ ਮੈਨੂੰ ਆਪਣੇ ਪੂਰੇ ਸਰੀਰ ਵਿੱਚ ਖੁਜਲੀ ਜਿਹੀ ਮਹਿਸੂਸ ਹੋ ਰਹੀ ਸੀ। ਮੈਂ ਉਸ ਔਰਤ ਨੂੰ ਪੁੱਛਿਆ ਕਿ ਇਹ ਕੀ ਸੀ ਤੇ ਮੈਨੂੰ ਖੁਜਲੀ ਕਿਉਂ ਹੋ ਰਹੀ ਹੈ, ਤੁਸੀਂ ਮੇਰੇ ਨਾਲ ਕੀ ਕੀਤਾ? ਉਹ ਕਹਿਣ ਲੱਗੀ ਕਿ ਮੈਂ ਤੇਰਾ ਅਲਟਰਾਸਾਊਂਡ ਕੀਤਾ ਹੈ ਤੇ ਇਸ ਵਿੱਚ ਇੰਨਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ। ਅਲਟਰਾਸਾਊਂਡ ਨੂੰ ਲੈ ਕੇ ਮੇਰੇ ਦਿਮਾਗ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਘੁੰਮਣ ਲੱਗੀਆਂ। ਅਲਟਰਾਸਾਊਂਡ ਤਾਂ ਪ੍ਰੈਗਨੈਂਟ ਲੇਡੀ ਦਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕੋਈ ਬੱਚਾ ਪੈਦਾ ਹੋਣ ਵਾਲਾ ਹੋਵੇ, ਜਾਂ ਫਿਰ ਅਲਟਰਾਸਾਊਂਡ ਲਈ ਪੇਟ ਤੇ ਇੱਕ ਗਾੜਾ ਜਿਹਾ ਲਿਕੁਇਡ ਲਗਾਇਆ ਜਾਂਦਾ ਹੈ ਤੇ ਅਲਟਰਾਸਾਊਂਡ ਕਰਨ ਦੀ ਮਸ਼ੀਨ ਵੀ ਦੂਜੀ ਹੁੰਦੀ ਹੈ। ਇਸ ਔਰਤ ਨੇ ਮੈਨੂੰ ਹੱਥ ਤੱਕ ਨਹੀਂ ਲਗਾਇਆ ਸੀ। ਫਿਰ ਇਹ ਕਿਸ ਤਰੀਕੇ ਦਾ ਅਲਟਰਾਸਾਊਂਡ ਕੀਤਾ ਜਾ ਰਿਹਾ ਸੀ ਜੋ ਬਿਨਾਂ ਦੇਖੇ ਹੋ ਗਿਆ। ਮੈਨੂੰ ਇਹ ਸਭ ਕੁਝ ਬਹੁਤ ਅਜੀਬ ਲੱਗ ਰਿਹਾ ਸੀ। ਫਿਰ ਉਹ ਮੈਨੂੰ ਆਪਣੇ ਸਾਹਮਣੇ ਬਿਠਾ ਕੇ ਮੇਰੇ ਨਾਲ ਗੱਲਾਂ ਕਰਨ ਲੱਗੀ ਤੇ ਕਹਿਣ ਲੱਗੀ ਕਿ ਤੈਨੂੰ ਕਦੋਂ ਤੋਂ ਮੋਟਾਪਾ ਹੈ ਤੇ ਤੂੰ ਕਿੰਨਾ ਖਾਣਾ ਖਾਂਦੀ ਹੈ। ਮੇਰੀ ਸਾਰੀ ਗੱਲਾਂ ਦਾ ਜਵਾਬ ਉਹ ਇੱਕ ਪੇਪਰ ਤੇ ਲਿਖਦੀ ਜਾ ਰਹੀ ਸੀ। ਇੱਥੋਂ ਤੱਕ ਕਿ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਉਸਨੇ ਮੈਨੂੰ ਕਿਹਾ, ਹੁਣ ਤੂੰ ਬਾਹਰ ਜਾ ਤੇ ਆਪਣੀ ਚਾਚੀ ਨੂੰ ਅੰਦਰ ਭੇਜ। ਮੈਂ ਡਰਦੇ ਬਾਹਰ ਚਲੀ ਗਈ। ਮੈਨੂੰ ਪਤਾ ਨਹੀਂ ਸੀ ਕਿ ਮੇਰਾ ਵਜ਼ਨ ਘੱਟ ਹੋ ਵੀ ਪਾਵੇਗਾ ਜਾਂ ਨਹੀਂ। ਬਾਹਰ ਜਾ ਕੇ ਮੈਂ ਚਾਚੀ ਨੂੰ ਕਿਹਾ, ਤੁਹਾਨੂੰ ਅੰਦਰ ਬੁਲਾ ਰਹੀ ਹੈ, ਤਾਂ ਚਾਚੀ ਕਮਰੇ ਵਿੱਚ ਚਲੀ ਗਈ। ਮੈਂ ਦਰਵਾਜ਼ੇ ਦੇ ਬਾਹਰ ਖੜੀ ਹੋ ਗਈ ਸੀ ਤਾਂ ਮੇਰੇ ਕੰਨਾਂ ਵਿੱਚ ਚਾਚੀ ਤੇ ਉਸ ਔਰਤ ਦੀਆਂ ਗੱਲਾਂ ਕਰਨ ਦੀ ਆਵਾਜ਼ ਆਉਣ ਲੱਗੀ ਤੇ ਉਸ ਸਮੇਂ ਮੈਨੂੰ ਅੰਦਰ ਤੋਂ ਹੱਸਣ ਦੀ ਆਵਾਜ਼ ਆਈ।
ਤਾਂ ਮੈਂ ਹੈਰਾਨ ਹੋ ਗਈ ਕਿ ਚਾਚੀ ਦੀ ਇਸ ਔਰਤ ਨਾਲ ਜਾਣ ਪਛਾਣ ਹੁਣ ਹੋਈ ਹੈ ਜਾਂ ਉਹ ਪਹਿਲਾਂ ਤੋਂ ਹੀ ਉਸ ਨੂੰ ਜਾਣਦੀ ਸੀ, ਕਿਉਂਕਿ ਇਹਨਾਂ ਦੋਵਾਂ ਦੇ ਹੱਸਣ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ। ਫਿਲਹਾਲ ਮੈਂ ਕੁਝ ਨਹੀਂ ਕਰ ਸਕਦੀ ਸੀ। ਇੱਥੇ ਤਾਂ ਮੇਰੀ ਚਾਚੀ ਹੀ ਮੇਰਾ ਸਭ ਕੁਝ ਸੀ, ਕਿਉਂਕਿ ਇਸ ਕਲੀਨਿਕ ਵਿੱਚ ਮੈਂ ਆਪਣੀ ਚਾਚੀ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਜਾਣਦੀ ਸੀ। ਚਾਚੀ ਥੋੜੀ ਦੇਰ ਬਾਅਦ ਜਦੋਂ ਕਮਰੇ ਤੋਂ ਬਾਹਰ ਆਈ ਤਾਂ ਉਹਨਾਂ ਦੇ ਚਿਹਰੇ ਤੇ ਬਿਲਕੁਲ ਖਾਮੋਸ਼ੀ ਵਾਲੇ ਐਕਸਪ੍ਰੈਸ਼ਨ ਛਾਏ ਹੋਏ ਸੀ। ਉਹ ਮੈਨੂੰ ਕਹਿਣ ਲੱਗੀ, ਚੱਲ ਜਲਦੀ ਨਾਲ ਘਰ ਚੱਲ, ਬਹੁਤ ਦੇਰ ਹੋ ਗਈ ਹੈ, ਤੇਰੇ ਚਾਚਾ ਵੀ ਆਉਣ ਵਾਲੇ ਹੋਣਗੇ। ਚਾਚੀ ਦੀ ਇਸ ਜਲਦਬਾਜ਼ੀ ਨੂੰ ਮੈਂ ਸਮਝ ਨਹੀਂ ਪਾਈ ਸੀ। ਮੈਂ ਉਹਨਾਂ ਦੇ ਪਿੱਛੇ ਪਿੱਛੇ ਆ ਗਈ। ਚਾਚੀ ਨੇ ਤੁਰੰਤ ਆ ਕੇ ਸੜਕ ਤੇ ਇੱਕ ਆਟੋ ਕੀਤਾ ਤੇ ਉਸ ਵਿੱਚ ਬੈਠ ਗਈ। ਸਾਰੇ ਰਸਤੇ ਚਾਚੀ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉਹ ਬਹੁਤ ਖਾਮੋਸ਼ ਜਿਹੀ ਤੇ ਗੁੰਮਸੁਮ ਜਿਹੀ ਬੈਠੀ ਰਹੀ ਸੀ। ਸ਼ਾਇਦ ਉਹ ਗੱਲ ਕਰਨ ਲਈ ਕੋਈ ਗੱਲ ਸੋਚ ਰਹੀ ਸੀ, ਪਰ ਉਹ ਸਾਰੇ ਰਸਤੇ ਹੀ ਖਾਮੋਸ਼ ਰਹੀ। ਕੁਝ ਦੇਰ ਬਾਅਦ ਅਸੀਂ ਘਰ ਪਹੁੰਚ ਗਏ। ਚਾਚੀ ਨੇ ਆਟੋ ਵਾਲੇ ਨੂੰ ਪੈਸੇ ਦਿੱਤੇ ਤੇ ਵਾਪਸ ਭੇਜ ਦਿੱਤਾ, ਪਰ ਆਟੋ ਵਾਲਾ ਮੈਨੂੰ ਬਹੁਤ ਹੀ ਅਫਸੋਸ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਲੱਗਦਾ ਸੀ ਜਿਵੇਂ ਉਸ ਨੂੰ ਸਭ ਕੁਝ ਪਤਾ ਹੋਵੇ। ਸ਼ਾਇਦ ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਹੋਵੇ। ਉਸਨੇ ਇੱਕ ਵਾਰ ਮੈਨੂੰ ਆਵਾਜ਼ ਵੀ ਦਿੱਤੀ ਸੀ, ਭੈਣ ਜੀ ਗੱਲ ਸੁਣੋ। ਉਸ ਸਮੇਂ ਚਾਚੀ ਨੇ ਉਸ ਨੂੰ ਗੁੱਸੇ ਨਾਲ ਉੱਥੋਂ ਭਜਾ ਦਿੱਤਾ। ਮੈਂ ਬਹੁਤ ਪਰੇਸ਼ਾਨ ਹੋ ਗਈ। ਮੇਰਾ ਤਾਂ ਦਿਲ ਕਰ ਰਿਹਾ ਸੀ ਕਿ ਮੈਂ ਚਾਚੀ ਨੂੰ ਸਾਰੀ ਗੱਲ ਪੁੱਛ ਲਵਾਂ, ਉਹਨਾਂ ਨੂੰ ਕਹਾਂ ਕਿ ਮੈਂ ਚਾਚੇ ਨੂੰ ਦੱਸ ਦਊਂਗੀ, ਪਰ ਮੈਂ ਕੀ ਕਰ ਸਕਦੀ ਸੀ। ਮੇਰਾ ਵਜ਼ਨ ਬਹੁਤ ਜ਼ਿਆਦਾ ਹੋ ਗਿਆ ਸੀ। ਹੁਣ ਲੈ ਦੇ ਕੇ ਚਾਚੀ ਨੇ ਹੀ ਮੇਰਾ ਇਲਾਜ ਕਰਵਾਇਆ ਸੀ। ਜਿਵੇਂ ਹੀ ਅਸੀਂ ਘਰ ਅੰਦਰ ਆਈ, ਚਾਚੀ ਮੈਨੂੰ ਕੁਝ ਦੱਸਣ ਦੀ ਬਜਾਏ ਸਿੱਧਾ ਆਪਣੇ ਕਮਰੇ ਅੰਦਰ ਚਲੀ ਗਈ। ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੇ ਕਮਰੇ ਵੱਲ ਹੀ ਚਲੀ ਗਈ। ਸ਼ਾਇਦ ਉਹ ਮੈਨੂੰ ਮੇਰੇ ਇਲਾਜ ਬਾਰੇ ਕੁਝ ਦੱਸੇਗੀ, ਪਰ ਉਹਨਾਂ ਨੇ ਆਪਣੇ ਕਮਰੇ ਵਿੱਚ ਜਾਂਦੇ ਹੀ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਪਾਗਲਾਂ ਦੀ ਤਰ੍ਹਾਂ ਖੜੀ ਉਹਨਾਂ ਨੂੰ ਦੇਖ ਰਹੀ ਸੀ। ਬਹੁਤ ਦੇਰ ਤੱਕ ਮੈਂ ਕਮਰੇ ਦੇ ਦਰਵਾਜ਼ੇ ਦੇ ਬਾਹਰ ਖੜੇ ਹੋ ਕੇ ਉਹਨਾਂ ਦਾ ਇੰਤਜ਼ਾਰ ਕੀਤਾ, ਪਰ ਚਾਚੀ ਕਮਰੇ ਤੋਂ ਬਾਹਰ ਨਿਕਲਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਤੇ ਮੇਰੇ ਦਿਲ ਵਿੱਚ ਅਜੀਬ-ਅਜੀਬ ਤਰ੍ਹਾਂ ਦੇ ਖਿਆਲ ਆ ਰਹੇ ਸੀ। ਪਤਾ ਨਹੀਂ ਚਾਚੀ ਮੇਰੇ ਨਾਲ ਅਜਿਹਾ ਕਿਉਂ ਕਰ ਰਹੀ ਸੀ। ਇਹੀ ਸਭ ਸੋਚਦੀ ਹੋਈ ਮੈਂ ਸਿੱਧਾ ਆਪਣੇ ਕਮਰੇ ਵੱਲ ਆ ਗਈ। ਕੁਝ ਦੇਰ ਬਾਅਦ ਮੇਰੀ ਮਾਂ ਨੇ ਮੈਨੂੰ ਆਵਾਜ਼ ਲਗਾਈ ਤੇ ਕਹਿਣ ਲੱਗੀ ਕਿ ਤੇਰੀ ਚਾਚੀ ਤੈਨੂੰ ਬੁਲਾ ਰਹੀ ਹੈ। ਮੈਂ ਬਾਹਰ ਗਈ ਤਾਂ ਚਾਚੀ ਬਹੁਤ ਖੁਸ਼ ਨਜ਼ਰ ਆ ਰਹੀ ਸੀ ਤੇ ਮੈਨੂੰ ਗਲ ਲਗਾ ਕੇ ਕਹਿਣ ਲੱਗੀ, ਤੂੰ ਮੇਰੀ ਭਤੀਜੀ ਨਹੀਂ ਬਲਕਿ ਬਿਲਕੁਲ ਮੇਰੀ ਦੋਸਤ ਦੀ ਤਰ੍ਹਾਂ ਹੈ। ਮੈਂ ਅੱਜ ਬਹੁਤ ਖੁਸ਼ ਹਾਂ ਤੇ ਤੇਰਾ ਇਲਾਜ ਤਾਂ ਹੋ ਹੀ ਜਾਵੇਗਾ। ਚਾਚੀ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਹੁਣ ਮੇਰਾ ਇਲਾਜ ਸ਼ੁਰੂ ਹੋ ਜਾਵੇਗਾ ਤੇ ਮੈਂ ਵੀ ਸੋਹਣੀ ਤੇ ਖੂਬਸੂਰਤ ਦਿਖਣ ਲੱਗੂੰਗੀ। ਤੇ ਚਾਚੀ ਦੇ ਚਿਹਰੇ ਤੋਂ ਵੀ ਖੁਸ਼ੀ ਭਰੇ ਐਕਸਪ੍ਰੈਸ਼ਨ ਖੂਬ ਝਲਕ ਰਹੇ ਸੀ। ਉਹਨਾਂ ਨੂੰ ਮੈਨੂੰ ਆਪਣੇ ਪਰਸ ਤੋਂ 2000 ਰੁਪਏ ਕੱਢ ਕੇ ਦਿੱਤੇ ਤੇ ਕਹਿਣ ਲੱਗੀ, ਤੇਰਾ ਜੋ ਵੀ ਦਿਲ ਕਰੇ ਉਹ ਤੂੰ ਮੰਗਵਾ ਕੇ ਖਾ ਲੈਣਾ। ਮੈਂ ਉਹਨਾਂ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ ਤੇ ਹੈਰਾਨੀ ਨਾਲ ਚਾਚੀ ਨੂੰ ਕਹਿਣ ਲੱਗੀ, ਚਾਚੀ ਤੁਸੀਂ ਮੇਰੇ ਮੋਟਾਪੇ ਦਾ ਇਲਾਜ ਕਰਾਉਣ ਲਈ ਮੈਨੂੰ ਆਪਣੇ ਨਾਲ ਲੈ ਕੇ ਗਏ ਸੀ ਤੇ ਹੁਣ ਮੈਨੂੰ ਖਾਣ ਲਈ ਇੰਨੇ ਸਾਰੇ ਪੈਸੇ ਦੇ ਰਹੇ ਹੋ, ਇਹ ਕੀ ਗੱਲ ਹੋਈ? ਮੇਰੀ ਕੁਝ ਸਮਝ ਨਹੀਂ ਆਇਆ। ਮੇਰਾ ਅਜਿਹਾ ਪੁੱਛਣ ਦੇ ਚਾਚੀ ਖੂਬ ਜ਼ੋਰ ਨਾਲ ਹੱਸਣ ਲੱਗੀ ਤੇ ਕਹਿਣ ਲੱਗੀ, ਅਰੇ ਇਸ ਵਿੱਚ ਕਿਹੜੀ ਵੱਡੀ ਗੱਲ ਹੈ, ਅੱਜ ਤੂੰ ਆਪਣੀ ਮਰਜ਼ੀ ਨਾਲ ਖੂਬ ਖਾ ਪੀ ਲੈ ਤੇ ਕੱਲ ਤੋਂ ਡਾਈਟਿੰਗ ਕਰਨਾ ਤੇ ਮੈਂ ਤੇਰਾ ਇਲਾਜ ਵੀ ਕਰੂੰਗੀ। ਤੇ ਹਾਂ, ਇਸ ਲੇਡੀ ਡਾਕਟਰ ਨੇ ਤੇਰੇ ਲਈ ਇੱਕ ਸਪੈਸ਼ਲ ਦਵਾਈ ਵੀ ਦਿੱਤੀ ਹੈ। ਇਸ ਦਵਾਈ ਨਾਲ ਤੂੰ 1-2 ਮਹੀਨੇ ਵਿੱਚ ਹੀ ਬਿਲਕੁਲ ਪਤਲੀ ਹੋ ਜਾਵੇਗੀ ਤੇ ਤੇਰੇ ਪੇਟ ਦੀ ਚਰਬੀ ਪਿਘਲ ਕੇ ਖਤਮ ਹੋ ਜਾਵੇਗੀ, ਜਿਸ ਦੇ ਨਾਲ ਤੇਰਾ ਵਜ਼ਨ ਬਹੁਤ ਘੱਟ ਹੋ ਜਾਵੇਗਾ ਤੇ ਤੂੰ ਬਿਲਕੁਲ ਫਿੱਟ ਤੇ ਸੋਹਣੀ ਦਿਖਣ ਲੱਗੇਗੀ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ ਸੀ ਤੇ ਖੁਸ਼ੀ ਦੇ ਮਾਰੇ ਉਛਲ ਕੇ ਚਾਚੀ ਨੂੰ ਪੁੱਛਣ ਲੱਗੀ, ਕੀ ਸੱਚ ਵਿੱਚ ਮੈਂ ਬਿਲਕੁਲ ਫਿੱਟ ਹੋ ਜਾਊਂਗੀ? ਚਾਚੀ ਕਹਿਣ ਲੱਗੀ, ਹਾਂ ਤੂੰ ਬਿਲਕੁਲ ਫਿੱਟ ਹੋ ਜਾਵੇਗੀ। ਮੈਂ ਚਾਚੀ ਨੂੰ ਕਿਹਾ, ਮੈਨੂੰ ਤਾਂ ਲੱਗਿਆ ਸੀ ਕਿ ਉਸ ਡਾਕਟਰ ਨੇ ਤੁਹਾਨੂੰ ਕੋਈ ਖਤਰੇ ਵਾਲੀ ਗੱਲ ਦੱਸੀ ਹੈ। ਮੈਨੂੰ ਲੱਗਿਆ ਕਿ ਸ਼ਾਇਦ ਉਸਨੇ ਤੁਹਾਨੂੰ ਇਹ ਦੱਸਿਆ ਹੈ ਕਿ ਮੇਰਾ ਕੋਈ ਇਲਾਜ ਹੀ ਨਹੀਂ ਹੈ ਤੇ ਮੇਰਾ ਕਿਤੇ ਵੀ ਇਲਾਜ ਨਹੀਂ ਹੋ ਸਕਦਾ। ਮੇਰੀ ਗੱਲ ਸੁਣ ਕੇ ਚਾਚੀ ਜ਼ੋਰ-ਜ਼ੋਰ ਨਾਲ ਹੱਸਣ ਲੱਗੀ ਤੇ ਫਿਰ ਉਹਨਾਂ ਨੇ ਬਹੁਤ ਹੀ ਅਜੀਬ ਜਿਹੀ ਮੁਸਕਰਾਹਟ ਜ਼ਾਹਿਰ ਕੀਤੀ ਤੇ ਇਸ ਮੁਸਕਰਾਹਟ ਦੇ ਨਾਲ ਕਹਿਣ ਲੱਗੀ, ਤੇਰਾ ਇਲਾਜ ਸੰਭਵ ਹੈ, ਥੋੜਾ ਜਿਹਾ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ। ਚਾਚੀ ਦੇ ਅਜਿਹੇ ਐਕਸਪ੍ਰੈਸ਼ਨ ਦੇਖ ਕੇ ਮੈਂ ਫਿਰ ਤੋਂ ਖਾਮੋਸ਼ ਹੋ ਗਈ ਸੀ। ਇਸ ਗੱਲਬਾਤ ਦੇ ਦੌਰਾਨ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਮੇਰਾ ਭਰਾ ਵੀ ਘਰ ਆ ਗਿਆ ਸੀ। ਉਸ ਦੇ ਬਾਅਦ ਅਸੀਂ ਪੂਰੇ ਪਰਿਵਾਰ ਨੇ ਬਹੁਤ ਮਸਤੀ ਕੀਤੀ ਤੇ ਅਸੀਂ ਲੋਕਾਂ ਨੇ ਬਾਹਰ ਤੋਂ ਖਾਣਾ ਮੰਗਵਾਇਆ। ਚਾਚਾ ਚਾਚੀ ਨੇ ਵੀ ਸਾਡੇ ਨਾਲ ਹੀ ਖਾਣਾ ਖਾਧਾ ਸੀ ਤੇ ਉਹਨਾਂ ਸਭ ਦੇ ਨਾਲ ਮਸਤੀ ਕਰਦੇ ਸਮੇਂ ਮੈਂ ਆਪਣੀ ਦਵਾਈ ਦੇ ਬਾਰੇ ਵਿੱਚ ਬਿਲਕੁਲ ਹੀ ਭੁੱਲ ਗਈ ਸੀ। ਸਾਰੇ ਕੰਮਾਂ ਤੋਂ ਵਿਹਲੀ ਹੋ ਕੇ ਮੈਂ ਚਾਚੀ ਦੇ ਕਮਰੇ ਵਿੱਚ ਆਈ। ਉਹਨਾਂ ਦੇ ਹੱਥ ਵਿੱਚ ਛੋਟੀ ਜਿਹੀ ਪਲਾਸਟਿਕ ਦੀ ਬੋਤਲ ਸੀ। ਮੇਰੇ ਵੱਲ ਦੇਖਦੇ ਹੋਏ ਚਾਚੀ ਕਹਿਣ ਲੱਗੀ, ਇਹੀ ਉਹ ਦਵਾਈ ਹੈ ਜੋ ਮੈਨੂੰ ਉਸ ਲੇਡੀ ਡਾਕਟਰ ਨੇ ਦਿੱਤੀ ਹੈ। ਮੈਂ ਚਾਚੀ ਨੂੰ ਕਿਹਾ, ਚਾਚੀ ਇਸ ਦਵਾਈ ਨਾਲ ਆਖਰ ਕੀ ਹੋਵੇਗਾ? ਇਹ ਤਾਂ ਇੰਨੀ ਛੋਟੀ ਜਿਹੀ ਬੋਤਲ ਹੈ ਤੇ ਇੰਨੀ ਘੱਟ ਦਵਾਈ ਹੈ। ਚਾਚੀ ਕਹਿਣ ਲੱਗੀ,
ਇਸ ਦਵਾਈ ਨਾਲ ਹੀ ਤਾਂ ਅਸਲ ਇਲਾਜ ਹੋਵੇਗਾ। ਇਹ ਬਹੁਤ ਹੀ ਤੇਜ਼ ਦਵਾਈ ਹੈ। ਇਹ ਕਹਿ ਕੇ ਚਾਚੀ ਨੇ ਉਹ ਬੋਤਲ ਮੈਨੂੰ ਦਿਖਾਈ। ਉਸ ਵਿੱਚ ਇੱਕ ਅਜੀਬ ਤਰ੍ਹਾਂ ਦੀ ਪਾਣੀ ਵਰਗੀ ਦਵਾਈ ਸੀ ਤੇ ਚਾਚੀ ਨੇ ਮੈਨੂੰ ਦੱਸਿਆ ਕਿ ਇਸ ਦਵਾਈ ਦੀ ਲਗਭਗ 10 ਬੂੰਦਾਂ ਤੂੰ ਆਪਣੇ ਪੇਟ ਤੇ ਪਾ ਕੇ ਇਸ ਦੀ ਮਾਲਿਸ਼ ਕਰਨੀ ਹੈ ਤੇ ਰਾਤ ਭਰ ਇਸ ਨੂੰ ਆਪਣੇ ਪੇਟ ਤੇ ਲਗਾਏ ਰੱਖਣਾ ਹੈ ਤੇ ਸੋ ਜਾਣਾ ਹੈ। ਸਵੇਰੇ ਉੱਠੇਗੀ ਤਾਂ ਤੇਰਾ ਵਜ਼ਨ ਘੱਟ ਹੋਣ ਲਈ ਤੇਰੇ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਸ਼ੁਰੂ ਹੋ ਜਾਣਗੇ। ਚਾਚੀ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ ਸੀ। ਚਾਚੀ ਨੇ ਮੈਨੂੰ ਦੱਸਿਆ ਕਿ ਇਹ ਬਹੁਤ ਮਹਿੰਗੀ ਦਵਾਈ ਹੈ। ਮੈਂ ਇਸ ਦਵਾਈ ਨੂੰ ਖਾਸ ਤੇਰੇ ਲਈ 50,000 ਵਿੱਚ ਖਰੀਦਿਆ ਹੈ। ਤਾਂ ਇਸ ਦਵਾਈ ਨੂੰ ਬਹੁਤ ਸਾਵਧਾਨੀ ਨਾਲ ਇਸਤੇਮਾਲ ਕਰਨਾ ਤੇ ਇਸ ਦੀਆਂ 10-10 ਬੂੰਦਾਂ ਹੀ ਆਪਣੇ ਪੇਟ ਤੇ ਪਾਉਂਦੇ ਰਹਿਣਾ। ਇਸ ਨਾਲ ਤੈਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਮੈਂ ਚਾਚੀ ਦੀ ਗੱਲ ਸੁਣ ਕੇ ਉਹਨਾਂ ਦੀ ਬਹੁਤ ਅਹਿਸਾਨਮੰਦ ਹੋ ਰਹੀ ਸੀ। ਫਿਰ ਅਚਾਨਕ ਚਾਚੀ ਨੂੰ ਕੁਝ ਯਾਦ ਆਇਆ ਤੇ ਉਹ ਕਹਿਣ ਲੱਗੀ, ਗੱਲ ਸੁਣ, ਤੂੰ ਆਪਣੇ ਕਮਰੇ ਵਿੱਚ ਜਾ ਕੇ ਇਸ ਦਵਾਈ ਨੂੰ ਆਪਣੇ ਪੇਟ ਤੇ ਲਗਾ ਕੇ ਮਾਲਿਸ਼ ਕਰਨਾ ਸ਼ੁਰੂ ਕਰ ਦੇ ਤੇ ਉਸ ਦੇ ਬਾਅਦ ਤੂੰ ਆਪਣੇ ਕਮਰੇ ਤੋਂ ਬਾਹਰ ਨਾ ਨਿਕਲਣਾ, ਆਪਣੇ ਕਮਰੇ ਵਿੱਚ ਹੀ ਰਹਿਣਾ, ਕਿਤੇ ਇੱਧਰ ਉੱਧਰ ਨਾ ਜਾਣਾ। ਇਸ ਦਵਾਈ ਨਾਲ ਬਹੁਤ ਨੀਂਦ ਆਉਂਦੀ ਹੈ। ਤੂੰ ਬਸ ਇਸ ਨੂੰ ਲਗਾਉਣ ਤੋਂ ਬਾਅਦ ਆਰਾਮ ਨਾਲ ਸੋ ਜਾਣਾ। ਮੈਂ ਚਾਚੀ ਨੂੰ ਕਿਹਾ, ਜੀ ਚਾਚੀ, ਮੈਂ ਕਿਤੇ ਨਹੀਂ ਜਾਊਂਗੀ, ਤੁਸੀਂ ਚਿੰਤਾ ਨਾ ਕਰੋ, ਮੈਂ ਆਪਣਾ ਪੂਰਾ ਕੋਰਸ ਖਤਮ ਕਰੂੰਗੀ। ਚਾਚੀ ਨੇ ਕਿਹਾ, ਚੱਲ ਚੰਗੀ ਗੱਲ ਹੈ, ਹੁਣ ਮੈਂ ਚੱਲਦੀ ਹਾਂ, ਰਾਤ ਬਹੁਤ ਹੋ ਗਈ ਹੈ, ਹੁਣ ਤੂੰ ਵੀ ਆਪਣੀ ਦਵਾਈ ਲਗਾ ਕੇ ਸੋ ਜਾਣਾ। ਤੇ ਉਸ ਦੇ ਬਾਅਦ ਚਾਚੀ ਉੱਥੋਂ ਚਲੀ ਗਈ ਤੇ ਮੈਂ ਉਸ ਪਲਾਸਟਿਕ ਦੀ ਬੋਤਲ ਨੂੰ ਧਿਆਨ ਨਾਲ ਦੇਖਣ ਲੱਗੀ ਜੋ ਕਿ ਬਹੁਤ ਛੋਟੀ ਜਿਹੀ ਸੀ। ਇਸ ਵਿੱਚ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਦਵਾਈ ਨਹੀਂ ਬਲਕਿ ਪਾਣੀ ਹੋਵੇ ਤੇ ਉਸ ਦਵਾਈ ਦੇ ਅੰਦਰ ਤੋਂ ਬਹੁਤ ਅਜੀਬ ਜਿਹੀ ਬਦਬੂ ਆ ਰਹੀ ਸੀ। ਐਵੇਂ ਸਮੈਲ ਆ ਰਹੀ ਸੀ ਜਿਵੇਂ ਕੜਵੀ ਜ਼ਹਿਰੀਲੀ ਸਮੈਲ ਹੋਵੇ। ਜਿਵੇਂ ਹੀ ਮੈਂ ਇਸ ਨੂੰ ਖੋਲ੍ਹਿਆ ਤਾਂ ਬਹੁਤ ਹੀ ਅਜੀਬ ਜਿਹੀ ਕੜਵੀ ਬਦਬੂ ਸੀ। ਫਿਲਹਾਲ ਮੈਂ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕੀਤਾ ਤੇ ਇਸ ਦਵਾਈ ਦੀਆਂ 10 ਬੂੰਦਾਂ ਆਪਣੇ ਪੇਟ ਤੇ ਲਗਾ ਕੇ ਮਾਲਿਸ਼ ਕਰਨ ਤੋਂ ਬਾਅਦ ਸੋ ਗਈ। ਮੈਨੂੰ ਰਾਤ ਨੂੰ ਬਹੁਤ ਹੀ ਗੂੜੀ ਨੀਂਦ ਆਈ ਸੀ। ਸਾਰੀ ਰਾਤ ਮੈਂ ਇਸ ਤਰ੍ਹਾਂ ਨਾਲ ਸੌਂਦੀ ਰਹੀ ਜਿਵੇਂ ਕੋਈ ਬੇਹੋਸ਼ ਹੁੰਦਾ ਹੈ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਲਗਭਗ 12 ਵੱਜ ਰਹੇ ਸੀ। ਮੇਰੀ ਮਾਂ ਨੇ ਜ਼ੋਰ-ਜ਼ੋਰ ਨਾਲ ਮੇਰਾ ਦਰਵਾਜ਼ਾ ਖੜਕਾਇਆ। ਦਰਵਾਜ਼ੇ ਦੀ ਆਵਾਜ਼ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਜਿਵੇਂ ਹੀ ਮੇਰੀ ਨਜ਼ਰ ਘੜੀ ਤੇ ਪਈ ਤਾਂ ਮੈਂ ਹੈਰਾਨ ਰਹਿ ਗਈ ਕਿ ਦੁਪਹਿਰ ਦੇ 12 ਵੱਜ ਗਏ ਸੀ ਤੇ ਬਲਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ ਕਿਉਂਕਿ ਮੈਂ ਤਾਂ ਸਵੇਰ ਦੇ 8 ਵਜੇ ਤੱਕ ਹੀ ਉੱਠ ਜਾਇਆ ਕਰਦੀ ਸੀ ਤੇ ਅੱਜ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਮੈਂ ਦੁਪਹਿਰ ਦੇ 12 ਵਜੇ ਤੱਕ ਸੋਈ ਹੋਈ ਸੀ। ਮੈਂ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿੱਚ 8 ਜਾਂ 9 ਵਜੇ ਤੱਕ ਹੀ ਸੋ ਕੇ ਉੱਠ ਜਾਇਆ ਕਰਦੀ ਸੀ। ਫਿਰ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਮਾਂ ਦੀ ਨਜ਼ਰ ਮੇਰੇ ਤੇ ਪਈ ਤਾਂ ਮਾਂ ਮੈਨੂੰ ਬਹੁਤ ਪਰੇਸ਼ਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਤੇ ਕਹਿਣ ਲੱਗੀ, ਬੇਟਾ ਅੱਜ ਤੈਨੂੰ ਕੀ ਹੋਇਆ ਹੈ? ਤੂੰ ਤਾਂ ਬਹੁਤ ਸਵੇਰੇ ਹੀ ਉੱਠ ਜਾਇਆ ਕਰਦੀ ਹੈ, ਤੇਰੀ ਤਬੀਅਤ ਤਾਂ ਠੀਕ ਹੈ ਨਾ ਜੋ ਤੂੰ ਇੰਨੀ ਦੇਰ ਤੱਕ ਸੋ ਰਹੀ ਹੈ। ਮਾਂ ਦੇ ਵੀ ਅਜਿਹਾ ਕਹਿਣ ਤੇ ਮੈਂ ਸੱਚ ਵਿੱਚ ਖੁਦ ਨੂੰ ਹੈਰਾਨੀ ਨਾਲ ਦੇਖਣ ਲੱਗੀ ਸੀ। ਮੇਰੇ ਸਰੀਰ ਤੋਂ ਬਹੁਤ ਬਦਬੂ ਆ ਰਹੀ ਸੀ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਬਹੁਤ ਹੀ ਬਦਬੂਦਾਰ ਕਮਰੇ ਵਿੱਚ ਸੋਈ ਹੋਈ ਸੀ ਕਿਉਂਕਿ ਮੇਰੇ ਕੱਪੜਿਆਂ ਤੋਂ ਤੇ ਮੇਰੇ ਬਿਸਤਰ ਤੋਂ ਵੀ ਬਹੁਤ ਅਜੀਬ ਜਿਹੀ ਬਦਬੂ ਆ ਰਹੀ ਸੀ ਤੇ ਕਮਰੇ ਵਿੱਚ ਇੰਨੀ ਬਦਬੂ ਆ ਰਹੀ ਸੀ ਕਿ ਸਾਹ ਵੀ ਨਹੀਂ ਲਿਆ ਜਾ ਰਿਹਾ ਸੀ। ਤੇ ਇਹ ਗੱਲ ਤਾਂ ਚੰਗੀ ਸੀ ਕਿ ਮੇਰੀ ਮਾਂ ਨੇ ਉਸ ਬਦਬੂ ਨੂੰ ਮਹਿਸੂਸ ਨਹੀਂ ਕੀਤਾ ਸੀ। ਨਾਸ਼ਤਾ ਕਰਨ ਜਾਣ ਤੋਂ ਪਹਿਲਾਂ ਮੈਂ ਆਪਣੇ ਕਮਰੇ ਵਿੱਚ ਤਿਆਰ ਹੋਣ ਲਈ ਚਲੀ ਗਈ। ਜਦੋਂ ਮੈਂ ਨਹਾ ਧੋ ਕੇ ਤਿਆਰ ਹੋ ਕੇ ਬਾਹਰ ਨਿਕਲੀ ਤਾਂ ਮੈਂ ਖੁਦ ਨੂੰ ਬਹੁਤ ਹੀ ਚੰਗਾ ਤੇ ਫਰੈਸ਼ ਫੀਲ ਕਰ ਰਹੀ ਸੀ ਤੇ ਇਹ ਸੋਚ ਕੇ ਮੈਨੂੰ ਬਹੁਤ ਹੀ ਬੁਰਾ ਲੱਗ ਰਿਹਾ ਸੀ ਕਿ ਅੱਜ ਤੋਂ ਪਹਿਲਾਂ ਕਦੇ ਵੀ ਇੰਨੇ ਜ਼ਿਆਦਾ ਸੌਣ ਨਾਲ ਮੇਰੇ ਕੱਪੜੇ ਇੰਨੇ ਜ਼ਿਆਦਾ ਬਦਬੂਦਾਰ ਨਹੀਂ ਹੋਏ ਸੀ। ਪਰ ਅੱਜ ਤਾਂ ਮੇਰੇ ਨਾਲ ਇੱਕ ਬਹੁਤ ਹੀ ਅਜੀਬ ਹਾਦਸਾ ਹੋ ਗਿਆ ਸੀ ਤੇ ਇਸ ਬਾਰੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਕੁਝ ਹੀ ਦੇਰ ਬਾਅਦ ਜਦੋਂ ਮੈਂ ਨਾਸ਼ਤਾ ਕਰਨ ਲਈ ਨਾਸ਼ਤੇ ਦੀ ਟੇਬਲ ਤੇ ਪਹੁੰਚੀ ਤਾਂ ਉੱਥੇ ਚਾਚੀ ਵੀ ਮੌਜੂਦ ਸੀ ਤੇ ਮੇਰੇ ਨਾਲ ਬੈਠ ਗਈ ਸੀ। ਮੈਨੂੰ ਦੇਖ ਕੇ ਚਾਚੀ ਬਹੁਤ ਖੁਸ਼ ਹੋ ਰਹੀ ਸੀ। ਕਹਿਣ ਲੱਗੀ ਕਿ ਰਾਤ ਨੂੰ ਤੈਨੂੰ ਨੀਂਦ ਕਿਵੇਂ ਆਈ? ਮੈਂ ਉਹਨਾਂ ਨੂੰ ਇਹ ਵੀ ਨਹੀਂ ਦੱਸ ਸਕਦੀ ਸੀ ਕਿ ਮੈਨੂੰ ਤਾਂ ਬਹੁਤ ਜ਼ਿਆਦਾ ਨੀਂਦ ਆਈ ਸੀ ਤੇ ਇੱਕ ਅਜੀਬ ਜਿਹੇ ਨਸ਼ੇ ਵਾਲੀ ਨੀਂਦ ਆਈ ਸੀ ਕਿਉਂਕਿ ਮਾਂ ਵੀ ਸਾਡੇ ਨਾਲ ਹੀ ਬੈਠੀ ਹੋਈ ਸੀ ਤੇ ਹੋ ਸਕਦਾ ਸੀ ਕਿਤੇ ਮਾਂ ਮੈਨੂੰ ਇਸ ਗੱਲ ਤੇ ਵੀ ਗੁੱਸਾ ਹੋਵੇ ਕਿ ਤੂੰ ਚਾਚੀ ਨਾਲ ਇਕੱਲੇ ਕਲੀਨਿਕ ਵਿੱਚ ਕਿਉਂ ਗਈ ਸੀ। ਇਸ ਵਜ੍ਹਾ ਨਾਲ ਮੈਂ ਖਾਮੋਸ਼ ਰਹੀ ਤੇ ਚਾਚੀ ਨੇ ਖੁਦ ਮੈਨੂੰ ਆਪਣੇ ਕਮਰੇ ਵਿੱਚ ਆਉਣ ਦਾ ਇਸ਼ਾਰਾ ਕੀਤਾ ਤੇ ਜਿਵੇਂ ਹੀ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਚਾਚੀ ਬਹੁਤ ਖੁਸ਼ ਸੀ ਤੇ ਮੈਨੂੰ ਕਹਿਣ ਲੱਗੀ, ਦੇਖ ਸੁਜਾਤਾ, ਵਜ਼ਨ ਇੱਕਦਮ ਨਾਲ ਹੀ ਘੱਟ ਨਹੀਂ ਹੁੰਦਾ। ਤੈਨੂੰ ਆਪਣਾ ਵਜ਼ਨ ਘੱਟ ਕਰਨ ਲਈ ਲਗਭਗ 1 ਜਾਂ 2 ਮਹੀਨੇ ਤੱਕ ਮਿਹਨਤ ਕਰਨੀ ਪਵੇਗੀ ਤੇ ਇਸ ਦਵਾਈ ਦਾ ਲਗਾਤਾਰ ਹੀ ਇਸਤੇਮਾਲ ਕਰਨਾ ਹੋਵੇਗਾ। ਪਰ ਇਸ ਤੋਂ ਪਹਿਲਾਂ ਮੈਂ ਤੇਰਾ ਇੱਕ ਹੋਰ ਜਗ੍ਹਾ ਟੈਸਟ ਕਰਵਾਉਣਾ ਚਾਹੁੰਦੀ ਹਾਂ। ਇਹ ਟੈਸਟ ਹੋਣ ਤੋਂ ਬਾਅਦ ਜ਼ਿਆਦਾ ਸਹੀ ਤੋਂ ਪਤਾ ਲੱਗ ਜਾਵੇਗਾ ਕਿ ਤੈਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਤੂੰ ਤਾਂ ਜਾਣਦੀ ਹੈ ਕਿ ਤੇਰਾ ਵਜ਼ਨ ਕਿੰਨਾ ਖਤਰਨਾਕ ਹੈ ਤੇ ਕਿੰਨੀ ਹੱਦ ਤੱਕ ਵੱਧ ਚੁੱਕਿਆ ਹੈ। ਹੁਣ ਤੇਰੇ ਨਾਲ ਕੋਈ ਵਿਆਹ ਕਰੇਗਾ ਤਾਂ ਉਹ ਤੈਨੂੰ ਆਪਣੀ ਮਾਂ ਦੇ ਬਰਾਬਰ ਸਮਝੇਗਾ ਕਿਉਂਕਿ ਤੇਰਾ ਵਜ਼ਨ ਬਹੁਤ ਜ਼ਿਆਦਾ ਹੋ ਗਿਆ ਹੈ
ਤੇ ਤੂੰ ਔਰਤਾਂ ਵਰਗੀ ਦਿਖਣ ਲੱਗੀ ਹੈ। ਚਾਚੀ ਦੀ ਇਹ ਗੱਲ ਸੁਣ ਕੇ ਮੈਂ ਡਰ ਗਈ ਸੀ। ਮੈਂ ਕਿਹਾ, ਚਾਚੀ ਤੁਸੀਂ ਮੇਰੇ ਜੋ ਵੀ ਟੈਸਟ ਕਰਵਾਉਣਾ ਚਾਹੁੰਦੀ ਹੋ ਮੈਂ ਉਹ ਕਰਵਾਉਣ ਲਈ ਤਿਆਰ ਹਾਂ ਤੇ ਤੁਹਾਡੇ ਨਾਲ ਚਲੀ ਜਾਊਂਗੀ। ਰੱਬ ਦੇ ਵਾਸਤੇ ਤੁਸੀਂ ਮੇਰੇ ਇਸ ਮੋਟਾਪੇ ਦਾ ਕੁਝ ਕਰੋ। ਮੈਨੂੰ ਚਾਚੀ ਤੇ ਬਹੁਤ ਜ਼ਿਆਦਾ ਭਰੋਸਾ ਸੀ। ਚਾਚੀ ਨੇ ਕਿਹਾ ਕਿ ਅੱਜ ਸ਼ਾਮ ਨੂੰ ਡਾਕਟਰ ਕੋਲ ਚੱਲਾਂਗੇ, ਤੂੰ ਤਿਆਰ ਰਹਿਣਾ। ਮੈਂ ਸ਼ਾਮ ਹੁੰਦੇ ਹੀ ਤਿਆਰ ਹੋ ਗਈ। ਅਸੀਂ ਦੋਵੇਂ ਘਰ ਤੋਂ ਨਿਕਲੇ। ਚਾਚੀ ਨੇ ਇੱਕ ਆਟੋ ਵਾਲੇ ਨੂੰ ਬੁਲਾਇਆ ਤੇ ਮੈਨੂੰ ਲੈ ਕੇ ਕਲੀਨਿਕ ਚਲੀ ਗਈ ਤੇ ਮੈਂ ਰਿਲੈਕਸ ਹੋ ਗਈ ਸੀ ਕਿਉਂਕਿ ਅਸੀਂ ਇੱਕ ਵਾਰ ਪਹਿਲਾਂ ਵੀ ਇੱਥੇ ਆ ਚੁੱਕੇ ਸੀ। ਚਾਚੀ ਕਹਿਣ ਲੱਗੀ, ਤੂੰ ਇਸ ਕੁਰਸੀ ਤੇ ਬੈਠ ਜਾ, ਮੈਂ ਥੋੜੀ ਦੇਰ ਬਾਅਦ ਡਾਕਟਰ ਨੂੰ ਲੈ ਕੇ ਆਉਂਦੀ ਹਾਂ। ਚਾਚੀ ਦੇ ਕਹਿਣ ਤੇ ਮੈਂ ਕੁਰਸੀ ਤੇ ਬੈਠ ਗਈ। ਕੁਝ ਦੇਰ ਬਾਅਦ ਡਾਕਟਰ ਵੀ ਆ ਗਏ ਸੀ। ਫਿਰ ਆਉਂਦੇ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਥੋੜੀ ਪਤਲੀ ਨਜ਼ਰ ਆਉਣ ਲੱਗੀ ਹੈ। ਇਹ ਗੱਲ ਕਹਿ ਕੇ ਉਹ ਬੁਰੀ ਤਰ੍ਹਾਂ ਨਾਲ ਹੱਸਣ ਲੱਗੀ ਸੀ, ਜਦੋਂ ਕਿ ਮੈਂ ਵੀ ਹੈਰਾਨ ਸੀ ਕਿ ਅਜਿਹਾ ਤਾਂ ਕਿਸੇ ਨੇ ਅੱਜ ਤੱਕ ਨਹੀਂ ਕਿਹਾ ਸੀ ਕਿ ਮੈਂ ਪਤਲੀ ਲੱਗ ਰਹੀ ਹਾਂ। ਕੀ ਇਹ ਲੋਕ ਮੈਨੂੰ ਬੇਵਕੂਫ ਸਮਝਦੇ ਸੀ? ਮੈਂ ਦੇਖਿਆ ਕਿ ਉਸ ਔਰਤ ਦੇ ਹੱਥ ਵਿੱਚ ਕੱਪੜੇ ਸੀ। ਉਸ ਔਰਤ ਨੇ ਉਹ ਕੱਪੜੇ ਚਾਚੀ ਨੂੰ ਦਿੱਤੇ। ਚਾਚੀ ਨੇ ਉਸ ਔਰਤ ਤੋਂ ਕੱਪੜੇ ਲੈ ਕੇ ਮੈਨੂੰ ਦੇ ਦਿੱਤੇ ਤੇ ਕਹਿਣ ਲੱਗੀ, ਜਾ ਕੇ ਬਾਥਰੂਮ ਵਿੱਚ ਬਦਲ ਕੇ ਆ ਜਾ, ਇਹਨਾਂ ਕੱਪੜਿਆਂ ਵਿੱਚ ਤੇਰਾ ਚੈੱਕਅਪ ਕੀਤਾ ਜਾਵੇਗਾ। ਮੈਂ ਕੱਪੜੇ ਦੇਖੇ ਤਾਂ ਕਿਸੇ ਦੁਲਹਨ ਦੇ ਕੱਪੜੇ ਲੱਗ ਰਹੇ ਸੀ। ਲੱਗ ਹੀ ਨਹੀਂ ਰਿਹਾ ਸੀ ਕਿ ਉਹ ਇਹਨਾਂ ਕੱਪੜਿਆਂ ਵਿੱਚ ਮੇਰਾ ਚੈੱਕਅਪ ਕਰਿਆ ਕਰੇਗੀ। ਸ਼ਾਇਦ ਇਹਨਾਂ ਲੋਕਾਂ ਦਾ ਕੋਈ ਨਵਾਂ ਸਟਾਈਲ ਸੀ ਕਿਉਂਕਿ ਇਹ ਕੱਪੜੇ ਹਸਪਤਾਲ ਦੇ ਤਾਂ ਬਿਲਕੁਲ ਵੀ ਨਹੀਂ ਲੱਗ ਰਹੇ ਸੀ। ਮੈਂ ਹਸਪਤਾਲ ਦੇ ਕੱਪੜੇ ਦੇਖੇ ਹੋਏ ਸੀ। ਉਹ ਅਜਿਹੇ ਨਹੀਂ ਹੁੰਦੇ ਜਿਹੜੇ ਕੱਪੜੇ ਮੈਨੂੰ ਇਹਨਾਂ ਨੇ ਬਦਲਣ ਲਈ ਦਿੱਤੇ ਸੀ। ਉਹ ਤਾਂ ਪਹਿਨਣ ਵਿੱਚ ਆਰਾਮਦਾਇਕ ਹੁੰਦੇ ਹਨ, ਜਿਸ ਨਾਲ ਮਰੀਜ਼ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਜਦੋਂ ਕਿ ਇਹ ਕੱਪੜੇ ਤਾਂ ਬਹੁਤ ਜ਼ਿਆਦਾ ਚਮਕ ਦਮਕਦੇ ਸੀ। ਮੈਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਚਾਚੀ ਨੂੰ ਤੇ ਉਸ ਡਾਕਟਰ ਨੂੰ ਦੇਖਣ ਲੱਗੀ ਤੇ ਉਹ ਮੈਨੂੰ ਕਹਿਣ ਲੱਗੀ, ਜਲਦੀ ਜਾ ਤੇ ਇਹਨਾਂ ਨੂੰ ਪਹਿਨ ਕੇ ਆ, ਮੈਂ ਤੇਰਾ ਇੰਤਜ਼ਾਰ ਕਰਦੀ ਹਾਂ। ਮੇਰੇ ਕੋਲ ਇੰਨਾ ਸਮਾਂ ਨਹੀਂ ਹੈ, ਮੇਰੇ ਕੋਲ ਹੋਰ ਵੀ ਬਹੁਤ ਸਾਰੇ ਮਰੀਜ਼ ਹਨ। ਇਹ ਸੁਣ ਕੇ ਮੈਂ ਬਾਥਰੂਮ ਵਿੱਚ ਚਲੀ ਗਈ। ਉੱਥੇ ਜਾ ਕੇ ਮੈਂ ਆਪਣੇ ਪਹਿਨੇ ਹੋਏ ਕੱਪੜੇ ਲਟਕਾਏ ਤੇ ਚਮਕੀਲੇ ਕੱਪੜੇ ਬਦਲ ਕੇ ਬਾਹਰ ਆ ਗਈ। ਉਹ ਕੱਪੜੇ ਮੇਰੇ ਬਿਲਕੁਲ ਫਿੱਟ ਆ ਰਹੇ ਸੀ। ਨਹੀਂ, ਜ਼ਿਆਦਾਤਰ ਕੱਪੜੇ ਤਾਂ ਮੇਰੇ ਟਾਈਟ ਹੀ ਆਇਆ ਕਰਦੇ ਸੀ। ਉਹ ਔਰਤ ਮੈਨੂੰ ਆਪਣੇ ਨਾਲ ਲੈ ਕੇ ਇੱਕ ਕਮਰੇ ਵਿੱਚ ਚਲੀ ਗਈ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ ਥੋੜੀ ਦੇਰ ਬੈਠੀ ਰਹਿ ਤੇ ਮੇਰਾ ਇੰਤਜ਼ਾਰ ਕਰ, ਤੇ ਹਾਂ, ਤੂੰ ਇੱਥੇ ਸਾਹਮਣੇ ਬੈਠ ਕੇ ਇਸ ਹਿੱਸੇ ਵੱਲ ਦੇਖਣਾ ਹੈ, ਬਿਲਕੁਲ ਵੀ ਹਿਲਣਾ ਜੁਲਣਾ ਨਹੀਂ ਹੈ। ਮੈਂ ਉਸ ਔਰਤ ਦੇ ਕਹਿਣ ਤੇ ਧਿਆਨ ਦੇਣ ਲੱਗੀ। ਮੇਰੇ ਸਾਹਮਣੇ ਇੱਕ ਸ਼ੀਸ਼ਾ ਲੱਗਿਆ ਹੋਇਆ ਸੀ, ਮੈਂ ਜਿਸ ਵਿੱਚ ਖੁਦ ਨੂੰ ਲਗਾਤਾਰ ਦੇਖ ਰਹੀ ਸੀ। ਸ਼ੀਸ਼ੇ ਦੇ ਸਾਹਮਣੇ ਬੈਠੇ ਹੋਏ ਮੈਨੂੰ ਲਗਭਗ 1 ਘੰਟਾ ਗੁਜ਼ਰ ਗਿਆ ਸੀ। ਫਿਰ ਜਦੋਂ ਉਹ ਔਰਤ ਕਮਰੇ ਵਿੱਚ ਆਈ ਤਾਂ ਉਸਨੇ ਮੈਨੂੰ ਕਿਹਾ ਕਿ ਤੂੰ ਉੱਠ ਕੇ ਖੜੀ ਹੋ ਜਾ, ਤੇ ਹਾਂ, ਬਿਲਕੁਲ ਵੀ ਹਿਲਣਾ ਨਹੀਂ ਹੈ, ਨਹੀਂ ਤੇਰੇ ਲਈ ਪਰੇਸ਼ਾਨੀ ਖੜੀ ਹੋ ਜਾਵੇਗੀ। ਤੇ ਮੈਂ ਤੇਰੇ ਚੈੱਕਅਪ ਲਈ ਬਹੁਤ ਵੱਡੀ ਮਸ਼ੀਨ ਇਸ ਕਮਰੇ ਵਿੱਚ ਰੱਖ ਚੁੱਕੀ ਹਾਂ, ਉਸ ਮਸ਼ੀਨ ਨਾਲ ਤੇਰਾ ਚੈੱਕਅਪ ਕੀਤਾ ਜਾਵੇਗਾ। ਫਿਰ ਉਸਨੇ ਮੇਰੇ ਨਾਲ ਕੁਝ ਹੋਰ ਗੱਲਾਂ ਕੀਤੀਆਂ ਤੇ ਕਹਿਣ ਲੱਗੀ, ਹੁਣ ਤੁਸੀਂ ਲੋਕ ਘਰ ਚਲੇ ਜਾਓ, ਮੈਨੂੰ 1 ਹਫ਼ਤੇ ਦੇ ਬਾਅਦ ਆ ਕੇ ਮਿਲਣਾ। ਜੋ ਦਵਾਈਆਂ ਮੈਂ ਤੈਨੂੰ ਦਿੱਤੀਆਂ ਹਨ ਉਹ ਜਲਦੀ ਹੀ ਤੇਰੇ ਤੇ ਅਸਰ ਕਰਨ ਲੱਗੇਗੀ। ਇਸ ਦੇ ਬਾਅਦ ਤੂੰ ਠੀਕ ਹੋਣ ਲੱਗ ਜਾਵੇਗੀ। ਵੈਸੇ ਵੀ ਤੇਰਾ ਵਜ਼ਨ ਤਾਂ 5 ਕਿਲੋ ਘੱਟ ਹੋ ਗਿਆ ਹੈ, ਮੈਂ ਤੇਰਾ ਵਜ਼ਨ ਕਰ ਲਿਆ ਹੈ। ਉਹ ਔਰਤ ਅਜਿਹਾ ਕਹਿਣ ਲੱਗੀ ਤਾਂ ਮੈਂ ਬਹੁਤ ਪਰੇਸ਼ਾਨ ਹੋਈ ਸੀ। ਵਜ਼ਨ ਤਾਂ ਮੇਰਾ ਕਿਸੇ ਨੇ ਕੀਤਾ ਹੀ ਨਹੀਂ ਸੀ ਤੇ ਮੈਂ ਚੁੱਪਚਾਪ ਖਾਮੋਸ਼ੀ ਨਾਲ ਆਪਣੇ ਘਰ ਆ ਗਈ ਸੀ। ਚਾਚੀ ਇਸ ਵਾਰ ਵੀ ਬਹੁਤ ਪਰੇਸ਼ਾਨ ਲੱਗ ਰਹੀ ਸੀ। ਮੈਨੂੰ ਹੈਰਾਨੀ ਸੀ ਕਿ ਪਹਿਲਾਂ ਦੀ ਤਰ੍ਹਾਂ ਅੱਜ ਵੀ ਉਹ ਖੁਸ਼ ਨਹੀਂ ਲੱਗ ਰਹੀ ਸੀ। ਚਾਚੀ ਨੂੰ ਦੇਖ ਕੇ ਮੈਨੂੰ ਵੀ ਚਿੰਤਾ ਹੋ ਰਹੀ ਸੀ ਕਿ ਪਤਾ ਨਹੀਂ ਅਜੇ ਕੀ ਗੱਲ ਹੈ ਜੋ ਚਾਚੀ ਇੰਨਾ ਪਰੇਸ਼ਾਨ ਹੈ। ਜਿਵੇਂ ਹੀ ਅਸੀਂ ਲੋਕ ਘਰ ਪਹੁੰਚੇ, ਚਾਚੀ ਮੈਨੂੰ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਤੇ ਕਹਿਣ ਲੱਗੀ, ਉਸ ਔਰਤ ਨੇ ਤੈਨੂੰ ਹੋਰ ਕੀ ਕਿਹਾ ਸੀ? ਉਹ ਮੇਰੀ ਬਹੁਤ ਚਿੰਤਾ ਕਰਦੇ ਹੋਏ ਮੈਨੂੰ ਪੁੱਛਣ ਲੱਗੀ। ਮੈਂ ਕਿਹਾ, ਚਾਚੀ ਉਹਨਾਂ ਨੇ ਤਾਂ ਮੈਨੂੰ ਕੁਝ ਵੀ ਨਹੀਂ ਕਿਹਾ ਸੀ, ਉਹਨਾਂ ਨੇ ਸਿਰਫ ਮੇਰਾ ਚੈੱਕਅਪ ਕੀਤਾ ਤੇ ਹੋਰ ਕੁਝ ਨਹੀਂ। ਪਰ ਚਾਚੀ, ਅਜੇ ਦੁਲਹਨ ਵਾਲੇ ਕੱਪੜੇ ਵਿੱਚ ਕੌਣ ਚੈੱਕਅਪ ਕਰਦਾ ਹੈ? ਮੈਂ ਬਹੁਤ ਪਰੇਸ਼ਾਨੀ ਨਾਲ ਪੁੱਛਿਆ। ਚਾਚੀ ਕਹਿਣ ਲੱਗੀ, ਤੂੰ ਇਸ ਗੱਲ ਦੀ ਚਿੰਤਾ ਨਾ ਕਰ, ਤੇਰਾ ਰਿਸ਼ਤਾ ਜਲਦੀ ਹੋ ਜਾਵੇਗਾ ਤੇ ਤੂੰ ਸੱਚ ਵਿੱਚ ਪਤਲੀ ਤੇ ਫਿੱਟ ਹੋ ਜਾਵੇਗੀ ਤੇ ਦੇਖਣ ਵਿੱਚ ਵੀ ਖੂਬਸੂਰਤ ਲੱਗੇਗੀ। ਹੁਣ ਚਾਚੀ ਦੀਆਂ ਗੱਲਾਂ ਨੇ ਮੈਨੂੰ ਖੁਸ਼ ਕਰ ਦਿੱਤਾ ਤੇ ਉਹਨਾਂ ਨੇ ਖੁਸ਼ੀ-ਖੁਸ਼ੀ ਮੇਰੇ ਨਾਲ ਗੱਲ ਕੀਤੀ। ਚਾਚੀ ਨੇ ਅਜਿਹਾ ਕਿਹਾ ਤਾਂ ਮੈਂ ਖਾਮੋਸ਼ ਹੋ ਗਈ ਸੀ ਕਿ ਸ਼ਾਇਦ ਚਾਚੀ ਅਜਿਹਾ ਕਹਿ ਰਹੀ ਹੈ ਤਾਂ ਫਿਰ ਮੈਂ ਪਤਲੀ ਹੀ ਲੱਗ ਰਹੀ ਹੋਵਾਂਗੀ। ਫਿਲਹਾਲ ਚਾਚੀ ਨੇ ਮੈਨੂੰ ਦੱਸਿਆ ਕਿ ਹੁਣ ਤੇਰੇ ਪਤਲੇ ਹੋਣ ਦੀ ਵਜ੍ਹਾ ਨਾਲ ਮੈਂ ਤੇਰਾ ਰਿਸ਼ਤਾ ਵੀ ਲੈ ਕੇ ਆਉਂਗੀ। ਤੂੰ ਚਿੰਤਾ ਨਾ ਕਰ, ਮੈਂ ਤੇਰੇ ਲਈ ਚੰਗੇ ਪਰਿਵਾਰ ਤੋਂ ਰਿਸ਼ਤਾ ਲੈ ਕੇ ਆਉਂਗੀ। ਤੇਰਾ ਵਿਆਹ ਵੀ ਬਹੁਤ ਧੂਮਧਾਮ ਨਾਲ ਹੋਵੇਗਾ। ਚਾਚੀ ਨੇ ਇਹ ਕਿਹਾ ਤਾਂ ਮੈਂ ਖੁਸ਼ ਹੋ ਗਈ ਸੀ, ਪਰ ਮੇਰੇ ਘਰ ਵਿੱਚ ਕਿਸੇ ਨੇ ਮੇਰੇ ਵਜ਼ਨ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਸੀ। 3-4 ਦਿਨਾਂ ਦੇ ਬਾਅਦ ਫਿਰ ਤੋਂ ਚਾਚੀ ਨੇ ਮੈਨੂੰ ਕਿਹਾ, ਪਰਿਵਾਰ ਵਾਲਿਆਂ ਤੋਂ ਪਹਿਲਾਂ ਮੈਂ ਤੈਨੂੰ ਇੱਕ ਮੁੰਡਾ ਦਿਖਾਉਣਾ ਚਾਹੁੰਦੀ ਹਾਂ, ਮੁੰਡਾ ਪਸੰਦ ਹੋਇਆ ਤਾਂ ਦੱਸਣਾ। ਉਹ ਲੋਕ 2 ਦਿਨ ਬਾਅਦ ਮਹਿਮਾਨ ਬਣ ਕੇ ਸਾਡੇ ਘਰ ਆਉਣ ਵਾਲੇ ਹਨ। ਲਗਭਗ ਪੂਰਾ ਪਰਿਵਾਰ ਸਾਡੇ ਘਰ ਆਵੇਗਾ। ਚਾਚੀ ਨੇ ਮੁੰਡੇ ਵਾਲਿਆਂ ਨੂੰ ਇਹੀ ਦੱਸਿਆ ਸੀ ਕਿ
ਉਹਨਾਂ ਦੀ ਭਤੀਜੇ ਦਾ ਰਿਸ਼ਤਾ ਹੁਣ ਤੱਕ ਨਹੀਂ ਹੋਇਆ। ਦਿਨ ਬਾਅਦ ਉਹ ਲੋਕ ਸਾਡੇ ਘਰ ਰਿਸ਼ਤਾ ਲੈ ਕੇ ਵੀ ਆ ਗਏ ਸੀ, ਪਰ ਉਹ ਸਾਰੇ ਲੋਕ ਤਾਂ ਜਿਵੇਂ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਹਨ। ਜਦੋਂ ਮੈਂ ਉਹਨਾਂ ਲੋਕਾਂ ਦੇ ਸਾਹਮਣੇ ਗਈ ਤਾਂ ਮੁੰਡੇ ਦੀ ਮਾਂ ਨੇ ਕਿਹਾ ਕਿ ਇਹ ਤਾਂ ਉਹੀ ਕੁੜੀ ਹੈ, ਦੇਖ ਦੇਖ ਇਸ ਦਾ ਮੋਟਾਪਾ ਕਿੰਨੀ ਮੋਟੀ ਹੈ। ਨਹੀਂ ਨਹੀਂ, ਇਹ ਤਾਂ ਬਹੁਤ ਮੋਟੀ ਹੈ। ਪਹਿਲਾਂ ਤੋਂ ਹੀ ਸਾਡੇ ਪਰਿਵਾਰ ਵਿੱਚ ਅਜਿਹੀ ਕੁੜੀਆਂ ਦਾ ਬਹੁਤ ਮਜ਼ਾਕ ਬਣਦਾ ਹੈ। ਅਸੀਂ ਅਜਿਹੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਨਹੀਂ ਬਣਾ ਸਕਦੇ। ਚਲੋ ਇੱਥੇ ਤੋਂ। ਇਹ ਕਹਿ ਕੇ ਉਹ ਲੋਕ ਸਾਡੇ ਘਰ ਤੋਂ ਚਲੇ ਗਏ। ਇਹਨਾਂ ਲੋਕਾਂ ਨੇ ਤਾਂ ਮੇਰੇ ਮੂੰਹ ਤੇ ਹੀ ਰਿਸ਼ਤੇ ਤੋਂ ਮਨਾ ਕਰ ਦਿੱਤਾ ਤੇ ਕਿਹਾ ਅਜਿਹੀ ਕੁੜੀ ਨਾਲ ਉਹ ਆਪਣੇ ਮੁੰਡੇ ਦਾ ਵਿਆਹ ਨਹੀਂ ਕਰੇਗੀ। ਮੇਰਾ ਦਿਲ ਬਹੁਤ ਟੁੱਟ ਗਿਆ ਸੀ, ਪਰ ਮੈਂ ਖਾਮੋਸ਼ ਹੀ ਰਹੀ। ਵੈਸੇ ਵੀ ਚਾਚੀ ਨੇ ਕਿਹਾ ਸੀ ਕਿ ਜੇ ਤੇਰਾ ਇਹ ਰਿਸ਼ਤਾ ਇਹਨਾਂ ਲੋਕਾਂ ਦੇ ਨਾਲ ਨਹੀਂ ਹੋਇਆ ਤਾਂ ਫਿਰ ਮੈਂ ਆਪਣੇ ਪੇਕੇ ਤੋਂ ਤੇਰਾ ਰਿਸ਼ਤਾ ਲੈ ਕੇ ਆਉਂਗੀ ਤੇ ਖੁਦ ਤੇਰਾ ਵਿਆਹ ਕਰਾਉਂਗੀ। ਤੂੰ ਇਸ ਗੱਲ ਦੀ ਚਿੰਤਾ ਨਾ ਕਰ। ਉਹਨਾਂ ਦੇ ਜਾਣ ਤੋਂ ਬਾਅਦ ਚਾਚੀ ਮੈਨੂੰ ਤਸੱਲੀ ਦੇਣ ਲੱਗੀ ਤੇ ਕਹਿਣ ਲੱਗੀ ਬਸ ਤੂੰ ਚਿੰਤਾ ਨਾ ਕਰ, ਮੈਂ ਆਪਣੇ ਪੇਕੇ ਸਾਰੀ ਗੱਲ ਕਰ ਲਈ ਹੈ। ਮੇਰੇ ਭਰਾ ਦਾ ਮੁੰਡਾ ਹੈ, ਜੇ ਉਹ ਤੇਰੇ ਨਾਲ ਵਿਆਹ ਕਰੇਗਾ ਤਾਂ ਤੇਰੀ ਜ਼ਿੰਦਗੀ ਸੰਵਰ ਜਾਵੇਗੀ ਤੇ ਤੂੰ ਚਿੰਤਾ ਨਾ ਕਰ। ਉਹ ਮੁੰਡਾ ਵੀ ਤੈਨੂੰ ਡਾਕਟਰ ਕੋਲ ਲੈ ਕੇ ਜਾਇਆ ਕਰੇਗਾ। ਵਿਆਹ ਦੇ ਬਾਅਦ ਵੀ ਤੂੰ ਠੀਕ ਹੋ ਜਾਵੇਗੀ। ਮੈਂ ਰੱਬ ਜੀ ਨੂੰ ਧੰਨਵਾਦ ਬੋਲਿਆ ਤੇ ਕੁਝ ਹੀ ਦਿਨਾਂ ਵਿੱਚ ਚਾਚੀ ਦੇ ਰਿਸ਼ਤੇਦਾਰ ਮੇਰੇ ਘਰ ਰਿਸ਼ਤਾ ਲੈ ਕੇ ਆ ਗਏ ਸੀ। ਉਹਨਾਂ ਨੇ ਮੈਨੂੰ ਦੇਖਿਆ ਤੱਕ ਨਹੀਂ ਸੀ ਤੇ ਵਿਆਹ ਦੀ ਤਰੀਕ ਵੀ ਤੈਅ ਕਰ ਦਿੱਤੀ। ਮੈਂ ਬਹੁਤ ਖੁਸ਼ ਹੋ ਗਈ ਸੀ। ਆਖਿਰਕਾਰ ਚਾਚੀ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੇਰਾ ਰਿਸ਼ਤਾ ਵੀ ਹੋ ਗਿਆ। ਪਰ ਚਾਚੀ ਨੇ ਮੈਨੂੰ ਸਖਤੀ ਨਾਲ ਮਨਾ ਕਰਦੇ ਹੋਏ ਕਿਹਾ ਕਿ ਅੱਜ ਦੇ ਬਾਅਦ ਉਹ ਦਵਾਈ ਇਸਤੇਮਾਲ ਨਾ ਕਰਾਂ, ਕਿਉਂਕਿ ਇਸ ਦਵਾਈ ਨਾਲ ਮੈਨੂੰ ਬਹੁਤ ਨੀਂਦ ਆਉਂਦੀ ਹੈ ਤੇ ਮੇਰੇ ਦਿਮਾਗ ਤੇ ਬੇਹੋਸ਼ੀ ਸਵਾਰ ਰਹਿੰਦੀ ਹੈ। ਮੈਂ ਚਾਚੀ ਦੀ ਗੱਲ ਸਮਝ ਲਈ ਸੀ ਤਾਂ ਇਸ ਲਈ ਮੈਂ ਇਸ ਦਵਾਈ ਨੂੰ ਇਸਤੇਮਾਲ ਕਰਨਾ ਛੱਡ ਦਿੱਤਾ ਸੀ। ਮੇਰੇ ਲਈ ਜ਼ਿੰਦਗੀ ਹੁਣ ਬਹੁਤ ਆਸਾਨ ਜਿਹੀ ਹੋ ਗਈ ਸੀ ਤੇ ਇਸ ਤਰ੍ਹਾਂ ਨਾਲ ਮੇਰਾ ਵਿਆਹ ਵੀ ਹੋ ਗਿਆ ਸੀ। ਮੇਰਾ ਪਤੀ ਮੈਨੂੰ ਦੇਖਦੇ ਹੀ ਫਿਦਾ ਹੋ ਗਿਆ ਸੀ ਤੇ ਕਹਿਣ ਲੱਗਾ ਕਿ ਤੂੰ ਬਹੁਤ ਚੰਗੀ ਲੱਗਦੀ ਹੈ, ਤੂੰ ਬਹੁਤ ਸੋਹਣੀ ਹੈ। ਮੈਂ ਤਾਂ ਸਿਰਫ ਆਪਣੇ ਮਾਤਾ-ਪਿਤਾ ਦੇ ਕਹਿਣ ਤੇ ਹੀ ਤੇਰੇ ਨਾਲ ਵਿਆਹ ਕੀਤਾ। ਮੈਨੂੰ ਦੱਸਿਆ ਗਿਆ ਸੀ ਤੇਰਾ ਵਜ਼ਨ ਬਹੁਤ ਜ਼ਿਆਦਾ ਹੈ। ਜੇ ਮੈਂ ਇਹ ਸੋਚਦਾ ਤੇਰਾ ਵਜ਼ਨ ਇੰਨਾ ਜ਼ਿਆਦਾ ਹੈ ਤੇ ਤੂੰ ਦੇਖਣ ਵਿੱਚ ਬਹੁਤ ਮੋਟੀ ਤੇ ਬਦਸੂਰਤ ਲੱਗਦੀ ਹੋਵੇਗੀ, ਇਹ ਸਭ ਸੋਚ ਕੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਦਾ, ਤਾਂ ਇਹ ਮੇਰੀ ਸਭ ਤੋਂ ਵੱਡੀ ਬੇਵਕੂਫੀ ਸਾਬਤ ਹੁੰਦੀ। ਪਰ ਤੇਰੀ ਅਸਲੀ ਖੂਬਸੂਰਤੀ ਮੈਂ ਅੱਜ ਦੇਖੀ ਹੈ। ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਤੁਸੀਂ ਆਪਣੇ ਮਾਤਾ-ਪਿਤਾ ਦੇ ਕਹਿਣ ਤੇ ਕਿਉਂ ਵਿਆਹ ਕੀਤਾ? ਕੀ ਤੁਸੀਂ ਵਿਆਹ ਨਹੀਂ ਕਰਨਾ ਚਾਹੁੰਦੇ ਸੀ ਜਾਂ ਫਿਰ ਤੁਸੀਂ ਹੁਣ ਵਿਆਹ ਕਰਨ ਲਈ ਤਿਆਰ ਹੀ ਨਹੀਂ ਸੀ? ਤਾਂ ਉਸਨੇ ਕਿਹਾ ਕਿ ਮੈਂ ਤੈਨੂੰ ਇਹ ਗੱਲ ਨਹੀਂ ਦੱਸ ਸਕਦਾ ਕਿਉਂਕਿ ਤੇਰੀ ਚਾਚੀ ਮੇਰੀ ਭੂਆ ਲੱਗਦੀ ਹੈ ਤੇ ਉਹਨਾਂ ਨੇ ਮੈਨੂੰ ਕਸਮ ਦਿੱਤੀ ਹੈ ਕਿ ਜੇ ਮੈਂ ਤੈਨੂੰ ਇਹ ਗੱਲ ਦੱਸੂਗਾ ਤਾਂ ਮੇਰੀ ਭੂਆ ਮੇਰੇ ਨਾਲ ਨਾਰਾਜ਼ ਹੋ ਜਾਵੇਗੀ। ਮੈਂ ਬਹੁਤ ਮੁਸ਼ਕਿਲ ਨਾਲ ਆਪਣੇ ਪਤੀ ਤੋਂ ਇਹ ਗੱਲ ਉਗਲਵਾਈ। ਉਹ ਮੈਨੂੰ ਆਪਣੀ ਭੂਆ ਦੇ ਬਾਰੇ ਕੋਈ ਵੀ ਗੱਲ ਦੱਸਣ ਲਈ ਤਿਆਰ ਨਹੀਂ ਸੀ, ਪਰ ਫਿਲਹਾਲ ਜਦੋਂ ਮੈਂ ਉਸ ਨਾਲ ਬਹੁਤ ਜ਼ਿਆਦਾ ਜਿੱਦ ਕੀਤੀ ਤਾਂ ਉਹ ਮੈਨੂੰ ਹਰ ਗੱਲ ਦੱਸਣ ਲਈ ਤਿਆਰ ਹੋ ਗਿਆ। ਪਰ ਉਸ ਦੇ ਬਾਅਦ ਉਸਨੇ ਮੈਨੂੰ ਜੋ ਦੱਸਿਆ ਉਹ ਗੱਲ ਸੁਣ ਕੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ। ਉਹ ਕਹਿਣ ਲੱਗਾ ਕਿ ਮੇਰੀ ਭੂਆ ਤੇਰੇ ਮੋਟਾਪੇ ਦਾ ਇਲਾਜ ਨਹੀਂ ਕਰ ਰਹੀ ਸੀ, ਬਲਕਿ ਉਹ ਤੈਨੂੰ ਇਸਤੇਮਾਲ ਕਰਕੇ ਤੇਰੇ ਜ਼ਰੀਏ ਪੈਸਾ ਕਮਾਉਣਾ ਚਾਹੁੰਦੀ ਸੀ। ਤੈਨੂੰ ਉਹ ਬ੍ਰਾਂਡਡ ਕੱਪੜੇ ਪਹਿਨਾਇਆ ਕਰਦੀ ਸੀ ਜਿਨ੍ਹਾਂ ਨੂੰ ਆਪਣੇ ਕੱਪੜੇ ਪਹਿਨਾਉਣ ਲਈ ਮੋਟੀ ਔਰਤ ਦੀ ਜ਼ਰੂਰਤ ਹੁੰਦੀ ਹੈ। ਇਸ ਵਜ੍ਹਾ ਨਾਲ ਉਹ ਤੈਨੂੰ ਇੱਕ ਕੰਪਨੀ ਕੋਲ ਲੈ ਕੇ ਜਾਂਦੀ ਸੀ, ਪਰ ਉਹਨਾਂ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਨਾਲ ਫੋਟੋ ਨਹੀਂ ਖਿਚਵਾ ਸਕਦੀ, ਇਸ ਲਈ ਉਹਨਾਂ ਨੂੰ ਕੋਈ ਬਹਾਨਾ ਬਣਾਉਣਾ ਪਵੇਗਾ। ਇਸ ਤਰ੍ਹਾਂ ਨਾਲ ਉਹ ਤੇਰੇ ਨਾਲ ਇਹ ਸਭ ਕੁਝ ਕਰ ਰਹੀ ਸੀ ਤੇ ਤੈਨੂੰ ਬਹੁਤ ਆਸਾਨੀ ਨਾਲ ਬੇਵਕੂਫ ਬਣਾ ਰਹੀ ਸੀ ਤੇ ਤੇਰੀ ਬਹੁਤ ਸਾਰੀਆਂ ਫੋਟੋਆਂ ਮੈਗਜ਼ੀਨ ਵਿੱਚ ਵੀ ਛਪ ਗਈਆਂ ਸੀ। ਪਰ ਇਸ ਗੱਲ ਤੇ ਤੇਰੀ ਚਾਚੀ ਬਹੁਤ ਪਰੇਸ਼ਾਨ ਹੋ ਗਈ ਸੀ ਕਿਉਂਕਿ ਮੈਗਜ਼ੀਨ ਵਿੱਚ ਫੋਟੋ ਛਪਣ ਦੀ ਵਜ੍ਹਾ ਨਾਲ ਤੂੰ ਬਹੁਤ ਮਸ਼ਹੂਰ ਹੋ ਗਈ ਸੀ ਤੇ ਇਹ ਗੱਲ ਹੁਣ ਤੱਕ ਤੇਰੇ ਪਰਿਵਾਰ ਵਿੱਚ ਕਿਸੇ ਨੂੰ ਪਤਾ ਨਹੀਂ ਚੱਲੀ, ਤੇ ਜੇ ਪਤਾ ਚੱਲ ਜਾਂਦੀ ਤਾਂ ਤੇਰੇ ਪਰਿਵਾਰ ਵਾਲੇ ਤੇਰੀ ਚਾਚੀ ਨੂੰ ਘਰ ਤੋਂ ਕੱਢ ਦਿੰਦੇ ਤੇ ਚਾਚਾ ਵੀ ਉਹਨਾਂ ਦੇ ਨਾਲ ਬਹੁਤ ਬੁਰਾ ਸਲੂਕ ਕਰਦੇ। ਬਸ ਇਸ ਲਈ ਉਹਨਾਂ ਨੇ ਤੇਰਾ ਵਿਆਹ ਮੇਰੇ ਨਾਲ ਕਰਨ ਦਾ ਫੈਸਲਾ ਕਰ ਲਿਆ ਤੇ ਇੱਧਰ ਮੇਰੇ ਮਾਤਾ-ਪਿਤਾ ਨੂੰ ਵੀ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਕਰ ਲਿਆ ਸੀ। ਮੇਰਾ ਪਤੀ ਤਾਂ ਇਹ ਗੱਲ ਦੱਸਣ ਦੇ ਬਾਅਦ ਖਾਮੋਸ਼ ਹੋ ਗਿਆ ਸੀ, ਪਰ ਇਹ ਗੱਲ ਸੁਣ ਕੇ ਮੈਂ ਹੋਸ਼ ਵਿੱਚ ਨਹੀਂ ਰਹੀ ਸੀ। ਮੈਨੂੰ ਤਾਂ ਆਪਣੇ ਕੰਨਾਂ ਤੇ ਹੀ ਯਕੀਨ ਨਹੀਂ ਆ ਰਿਹਾ ਸੀ ਕਿ ਮੇਰਾ ਸਾਥ ਦੇਣ ਵਾਲੀ ਚਾਚੀ ਮੇਰੇ ਨਾਲ ਅਜਿਹਾ ਕਰ ਰਹੀ ਸੀ ਤੇ ਮੇਰੇ ਦਿਮਾਗ ਵਿੱਚ ਤੂਫਾਨ ਦੀ ਤਰ੍ਹਾਂ ਪਹਿਲਾਂ ਵਾਲੀ ਗੱਲਾਂ ਦੌੜਨ ਲੱਗੀਆਂ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਚਾਚੀ ਆਪਣੇ ਪੈਸਿਆਂ ਦੇ ਮਤਲਬ ਲਈ ਮੇਰਾ ਇਸਤੇਮਾਲ ਕਰੇਗੀ, ਕਿਉਂਕਿ ਉਹ ਵੀ ਇੱਕ ਅਮੀਰ ਪਰਿਵਾਰ ਤੋਂ ਸੀ। ਮੇਰੀ ਚਾਚੀ ਦੀ ਉਮਰ ਲਗਭਗ 45 ਸਾਲ ਦੀ ਹੋ ਗਈ ਸੀ ਤੇ ਹੁਣ ਤੱਕ ਉਹਨਾਂ ਕੋਲ ਕੋਈ ਔਲਾਦ ਨਹੀਂ ਸੀ। ਉਹਨਾਂ ਨੂੰ ਰੱਬ ਤੋਂ ਇਸ ਗੱਲ ਦਾ ਵੀ ਡਰ ਨਹੀਂ ਸੀ ਕਿ ਜੇ ਉਹਨਾਂ ਦੀ ਹੋਣ ਵਾਲੀ ਔਲਾਦ ਮੇਰੀ ਤਰ੍ਹਾਂ ਮੋਟੀ ਹੋ ਗਈ ਤਾਂ ਫਿਰ ਉਹ ਕੀ ਕਰੇਗੀ। ਫਿਲਹਾਲ ਮੈਂ ਸਭ ਕੁਝ ਆਪਣੇ ਰੱਬ ਤੇ ਛੱਡ ਦਿੱਤਾ ਸੀ। ਮੇਰੇ ਚਾਚਾ ਮੇਰੇ ਪਿਤਾ ਤੋਂ ਬਹੁਤ ਛੋਟੇ ਸੀ, ਇਸ ਲਈ ਮੇਰੇ ਚਾਚੇ ਦਾ ਵਿਆਹ ਵੀ ਬਹੁਤ ਸਾਲਾਂ ਬਾਅਦ ਹੀ ਹੋਇਆ ਸੀ। ਇੰਨੀ ਉਮਰ ਹੋਣ ਦੇ ਬਾਵਜੂਦ ਵੀ ਚਾਚੀ ਪਤਲੀ ਤੇ ਇੱਕਦਮ ਫਿੱਟ ਸੀ।
ਮੈਂ ਬਹੁਤ ਜ਼ਿਆਦਾ ਮੋਟੀ ਸੀ ਤੇ ਆਪਣੇ ਮੋਟਾਪੇ ਤੋਂ ਬਹੁਤ ਪਰੇਸ਼ਾਨ ਸੀ। ਬਸ ਉਹ ਇਸ ਗੱਲ ਦਾ ਫਾਇਦਾ ਉਠਾ ਰਹੀ ਸੀ ਤੇ ਉਹਨਾਂ ਨੇ ਆਪਣੇ ਫਾਇਦੇ ਲਈ ਮੈਨੂੰ ਇਸਤੇਮਾਲ ਕਰ ਲਿਆ। ਪਰ ਚੰਗੀ ਗੱਲ ਤਾਂ ਇਹ ਸੀ ਕਿ ਚਾਚੀ ਨੇ ਜੋ ਮੇਰੇ ਨਾਲ ਕੀਤਾ ਸੀ ਉਸ ਗਲਤੀ ਨੂੰ ਸੁਧਾਰ ਵੀ ਲਿਆ ਸੀ। ਉਹਨਾਂ ਨੇ ਆਪਣੇ ਭਤੀਜੇ ਨਾਲ ਮੇਰਾ ਵਿਆਹ ਕਰਾ ਦਿੱਤਾ ਸੀ ਤਾਂ ਕਿ ਸਾਰੀ ਦੁਨੀਆ ਵਿੱਚ ਮੇਰੀ ਬੇਇੱਜ਼ਤੀ ਨਾ ਹੋ ਸਕੇ। ਮੈਂ ਹੁਣ ਚਾਚੀ ਨੂੰ ਕੁਝ ਕਹਿ ਨਹੀਂ ਸਕਦੀ ਸੀ। ਮੇਰੇ ਪਤੀ ਨੇ ਮੇਰੇ ਤੋਂ ਵਾਅਦਾ ਲਿਆ ਸੀ ਕਿ ਮੈਂ ਚਾਚੀ ਨੂੰ ਕੁਝ ਨਾ ਕਹਾਂ ਕਿਉਂਕਿ ਉਹ ਮੇਰੇ ਸਾਹਮਣੇ ਬਹੁਤ ਸ਼ਰਮਿੰਦਾ ਹੁੰਦੀ ਤੇ ਜੇ ਮੇਰੇ ਪਰਿਵਾਰ ਵਿੱਚ ਸਾਰੇ ਲੋਕਾਂ ਨੂੰ ਇਹ ਪਤਾ ਚੱਲ ਜਾਂਦਾ ਤਾਂ ਸਾਰੇ ਲੋਕ ਚਾਚੀ ਦੀ ਖੂਬ ਬੇਇੱਜ਼ਤੀ ਕਰਦੇ ਤੇ ਚਾਚਾ ਵੀ ਚਾਚੀ ਨੂੰ ਤਲਾਕ ਦੇ ਦਿੰਦੇ। ਇਸ ਲਈ ਮੈਂ ਅੱਜ ਤੱਕ ਇਸ ਗੱਲ ਨੂੰ ਆਪਣੇ ਪਰਿਵਾਰ ਨੂੰ ਦੱਸਿਆ ਹੀ ਨਹੀਂ ਸੀ ਕਿ ਚਾਚੀ ਨੇ ਮੇਰੇ ਨਾਲ ਕੀ ਕੀਤਾ। ਮੇਰਾ ਵਿਆਹ ਹੋ ਗਿਆ ਹੈ, ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ। ਬਸ ਮੇਰੇ ਲਈ ਇਹੀ ਬਹੁਤ ਹੈ ਤੇ ਇਸ ਲਈ ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਵੀ ਨਹੀਂ ਹੈ। ਮੈਂ ਆਪਣੀ ਚਾਚੀ ਤੋਂ ਬਦਲਾ ਨਹੀਂ ਲੈਣਾ ਚਾਹੁੰਦੀ ਕਿਉਂਕਿ ਸ਼ਾਇਦ ਮੇਰੀ ਕਿਸਮਤ ਵਿੱਚ ਅਜਿਹਾ ਹੀ ਲਿਖਿਆ ਸੀ ਤੇ ਜਦੋਂ ਮੇਰਾ ਵਿਆਹ ਉਹਨਾਂ ਨੇ ਆਪਣੇ ਭਤੀਜੇ ਦੇ ਨਾਲ ਕਰ ਦਿੱਤਾ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਸ਼ਾਇਦ ਮੈਨੂੰ ਚਾਚੀ ਦੇ ਭਤੀਜੇ ਤੋਂ ਜ਼ਿਆਦਾ ਚੰਗਾ ਤੇ ਸਮਝਦਾਰ ਪਤੀ ਕਿਤੇ ਨਹੀਂ ਮਿਲ ਸਕਦਾ ਸੀ। ਮੈਂ ਆਪਣੇ ਪਤੀ ਦੇ ਨਾਲ ਬਹੁਤ ਖੁਸ਼ ਹਾਂ ਤੇ ਬਹੁਤ ਖੁਸ਼ੀ-ਖੁਸ਼ੀ ਜ਼ਿੰਦਗੀ ਗੁਜ਼ਾਰ ਰਹੀ ਹਾਂ। ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਮੇਰੀ ਚਾਚੀ ਨੇ ਮੇਰੇ ਨਾਲ ਸਹੀ ਕੀਤਾ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।